ਅੱਗੇ ਵਧਦੇ ਹਾਂ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਚੰਡੀਗੜ੍ਹ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਆਓ ਸੁਣਦੇ ਉਹਨਾਂ ਦਾ ਕੀ ਕੁਝ ਕਹਿਣਾ। ਰਾਸ਼ਟਰਪਤੀ ਦੀ द्रौपदी मुर्मू जी की धन्यवाद के ਹੁਣ बने गए ने एक घट गिणती ने गरीब वर्ग के ने आदिवासी ने। उस तो अगे फिर फसलों का जो नुकसान होया है बरखा नाल ਉਹਦੇ मुआवजे वास्ते तो गिरदौरी जल्दी करके पूरा मुआवजा। एक जो MSP ते कमेटी बनाई है सेंटर ने, वो जो समझते हैं जो उसते उन्होंने सारा बनाया है, रेफरेंस दिता है, ਉਹਦੇ मुताबिक लगता नहीं कि जो मंग सी वो मंग पूरी हो, इस करके श्रोमणी अकाली दल ਨੂੰ रिजेक्ट करता है। ਕਿਹੜਾ ਸਾਰੇ ਬੰਦ ਸਾਡੇ ਵਾਲਾ? अच्छा अच्छा सो ये ਦੁਆਰਾ के आ गई आवाज़ां? ठीक, पहला तो ये सारा सी। उस तो बाद जो अज कोर कमेटी की मीटिंग हुई ਉਹਦੇ 'ਚ जो ਝੁੰਦਾ साहब कमेटी ਕਿਸੇ ਦਾ ਕੋਈ ਮੋਬਾਈਲ ਤਾਂ ਨਹੀਂ ਔਨ ਚੱਲ ਰਿਹਾ? मेरा तो आप साढ़े तो बंद है। बीबी जी का बीबी थोड़े ਔਨ ਤੇ ਹੈਗਾ ਸੀ। ਬੰਦ ਕਰ ਦਿਓ ਜੀ ਸਰ। जो श्रोमणी अकाली दल दे प्रधान जी वालों चोणां तो बाद चोणां दे हालात ते सारा समीक्षा करने वास्ते कमेटी बनाई गई सी। मैं उसका कन्वीनर सा। फिर वो रिपोर्ट ਝੁੰਦਾ जी की प्रधानगी थले इन्हां नूं सारे उस जिहड़ी कमेटी गई सी 16 मैंबरी, उन्होंने इख्तियार दिते सी। जो इन्होंने रिपोर्ट जुनैनी मसली बना के मैनू तकरीबन महीना डेढ़ महीना पहला देती सी। उस रिपोर्ट ते कई बारी थोथों विचारां आईयां, कई थां तो आईयां कि देर क्यों हो रही है। पहला तो इस वेले ये रिपोर्ट ही सी, मैं उस वेले इंडिया सी नहीं बाहर सी। फिर आके मेरे अख का ऑपरेशन सी, वो हो गया। फिर एकदम गर्मी ज़्यादा सी ते नाल संगरूर इलैक्शन आ गई, असीं उत्थे रुझ गए। वो इस वजह करके ये टाइम लग्या। सो हुण अज इस ते सारी विचार वटांदरा हुई है। सब तो पहला तो सारी कोर कमेटी बहुत जोरदार लफ्ज़ों च शलाघा करती है कि शाबाश जिस पार्टी के इन्ने मेहनती वर्कर होण, पार्टी हमेशा गुरु चढ़दी कला चाहता है कि सारे हल्कों च गए जिहड़े कि आम तौर पर अज तक बंदा सुस्त हो जाता, घौल कर जाता है, जां कहदा जी मैं तो जा आया। कल्ले कल्ले हल्के च गए, कल्ले कल्ले वर्कर की गल ध्यान नाल सुनी। वो जो सारे वर्करां दियां पंजाब दियां ਜਾਂ ਸਿਆਣੇ ਜੋ ਵੀ ਵਰਕਰਾਂ ਨੇ ਇਹਨਾਂ ਨੂੰ ਸੁਜੈਸ਼ਨਾਂ ਦਿੱਤੀਆਂ ਜਾਂ ਹੋਰ ਇੰਟੈਲੀਜੈਂਸ ਨੇ ਦਿੱਤੀਆਂ, ਉਹ ਸਾਰੀਆਂ ਜੁਨੈਨੀ ਮਸਲੀ ਆਪਣੀ ਰਿਪੋਰਟ 'ਚ ਇਹਨਾਂ ਨੇ ਦਿੱਤੀਆਂ ਨੇ। ਉਹ ਰਿਪੋਰਟ ਦੀ ਤੇ ਇਹਨਾਂ ਦੀ ਅਸੀਂ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਕੋਰ ਕਮੇਟੀ ਵੱਲੋਂ, ਕਿਉਂਕਿ ਉਹ 'ਚ ਬਹੁਤ ਅੱਛੇ ਸੁਝਾਅ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ ਆਏ ਨੇ। ਔਰ ਜੋ ਕਿਤੇ ਕਮੀ ਪੇਸ਼ੀ ਰਹੀ ਪਾਰਟੀ ਤੋਂ ਕੰਮ ਕਰਦਿਆਂ ਤਾਂ ਉਹ ਕਮੀਆਂ ਪੇਸ਼ੀਆਂ ਵੀ ਆਈਆਂ ਨੇ। ਅੱਜ ਕੋਰ ਕਮੇਟੀ ਦੇ ਵਿੱਚ ਜੋ ਪ੍ਰਧਾਨਗੀ ਦੀ ਹਾਜ਼ਰੀ 'ਚ ਕੀਤੀ ਗਈ, ਉਹ 'ਚ ਅਸੀਂ ਤਕਰੀਬਨ ਇਹਨਾਂ ਦੀ ਸ਼ਲਾਘਾ ਕਰਕੇ ਉਸ ਸਿਫਾਰਸ਼ਾਂ ਨੂੰ ਅਸੀਂ ਮੰਨਦੇ ਹਾਂ ਕਿ ਬਹੁਤ ਠੀਕ ਸਿਫਾਰਸ਼ਾਂ ਨੇ। ਔਰ ਉਸ 'ਤੇ ਹੋਰ ਵਿਚਾਰ ਵਟਾਂਦਰਾ ਡੂੰਘੇ ਤਰੀਕੇ ਨਾਲ ਕਰਨ ਵਾਸਤੇ ਹੋਰ ਸਿਆਣੇ ਪਾਰਟੀ ਦੇ ਹਮਦਰਦ, ਸਿਆਣਾ ਇੰਟੈਲੀਜੈਂਸੀਆ ਸਭ ਦੀ ਰਾਏ ਲੈਣ ਵਾਸਤੇ ਅੱਜ ਅਸੀਂ ਸਾਰਿਆਂ ਨੇ ਜੁਨੈਨੀ ਮਸਲੀ ਕਿਹਾ ਕਿ ਇਹਦੇ ਇਖਤਿਆਰ ਅੱਜ ਆਪਾਂ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਨੂੰ ਦਿੰਦੇ ਹਾਂ ਤਾਂ ਕਿ ਤੇ ਹੋਰ ਸੋਚ ਵਿਚਾਰ ਕਰਨ ਤੋਂ ਬਾਅਦ ਇਸ ਨੂੰ ਪੂਰੇ ਤੌਰ 'ਤੇ ਲਾਗੂ ਕਰਨ ਵਾਸਤੇ ਜਿਹਦੇ ਨਾਲ ਪਾਰਟੀ ਤਰੱਕੀ ਕਰੇ, ਉਹ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਆਖਰੀ ਫੈਸਲਾ ਕਰੀਏ। ਅੱਜ ਇਹ ਅਸੀਂ ਫੈਸਲਾ ਸਾਰਿਆਂ ਨੇ ਕੀਤਾ, ਜਿਹਦੇ 'ਤੇ ਅਸੀਂ ਸਾਰੇ ਸਾਥੀ ਬੈਠੇ, ਮੇਰੇ ਸਾਰੇ ਸੀਨੀਅਰ ਸਾਥੀ ਪੁਰਾਣੇ ਸਾਰਿਆਂ ਨੇ ਬਹਿ ਕੇ ਜੁਨੈਨੀ ਮਸਲੀ ਰਿਪੋਰਟ ਸੀ, ਜੁਨੈਨੀ ਮਸਲੀ ਸਾਡਾ ਇਹ ਸਾਰਾ ਫੈਸਲਾ ਹੈ। ਸੋ ਉਹਦੇ 'ਚ ਅਸੀਂ ਕੋਈ ਪਾਰਟੀ ਦਾ ਢਾਂਚਾ ਨਵਾਂ ਬਣਾਉਣਾ ਹੈ, ਕੋਈ ਪਾਰਟੀ ਭੰਗ ਕਰਨੀ ਹੈ, ਜੋ ਸਿਫਾਰਸ਼ਾਂ ਆਈਆਂ ਨੂੰ ਇੰਪਲੀਮੈਂਟ ਕਰਨੀਆਂ ਨੇ, ਉਹ ਤੇ ਜੋ ਵੀ ਸਿਆਣੇ ਸੱਜਣਾਂ ਦੇ ਵਿਚਾਰ ਕਿਸੇ ਨਾਲ ਵੀ ਕਰਨਾ ਚਾਹੁਣ, ਸਾਰੇ ਇਖਤਿਆਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੂੰ ਅਸੀਂ ਜੁਨੈਨੀ ਮਸਲੀ ਦਿੱਤੇ ਨੇ। ਇਹ ਤਾਂ ਹੈ ਸਾਰੀ ਰਿਪੋਰਟ ਦਾ। ਉਸ ਤੋਂ ਬਾਅਦ ਇਹ ਮੇਰੇ ਸਾਥੀ ਬੈਠੇ ਨੇ ਜਿਨ੍ਹਾਂ ਨੇ ਰਿਪੋਰਟ ਪੇਸ਼ ਕੀਤੀ ਸੀ, ਕਿਉਂਕਿ ਇਕੱਲੇ ਹਲਕੇ 'ਚ ਗਏ ਨੇ। ਤੁਸੀਂ ਕੋਈ ਇਹਨਾਂ ਨੂੰ ਕੋਈ ਗੱਲ ਪੁੱਛਣੀ ਚਾਹੋ ਤਾਂ ਕਿ ਆਖੋ ਕਿ ਜੀ ਤੁਸੀਂ ਤਾਂ ਕੋਈ ਭੂਮੀ ਸਾਹਿਬ ਕਮੇਟੀ ਦੇ ਰਿਚਾਰਜ ਸੀ, ਗਏ ਨਹੀਂ, ਆਹ ਗੱਲ ਲੁਕੋ ਲਈ, ਕੋਈ ਥਾਂ ਤੋਂ ਜੀ ਕਮੇਟੀ ਨੇ ਐਂ ਕਰਤਾ। ਕੋਈ ਵੀ ਗੱਲ ਕਿਸੇ ਬਾਰੇ ਕੁਝ ਹੈਗਾ ਤੁਸੀਂ ਇਹਨੂੰ ਪੁੱਛ ਸਕਦੇ ਹੋ। ਆਹ ਸਾਰੇ ਸਾਥੀ ਬੈਠੇ ਆ, ਕਿਉਂਕਿ ਦੇਖੋ ਦੁਨੀਆ 'ਚ ਕੀ ਹੈ, ਕੋਈ ਨੈਗੇਟਿਵ ਗੱਲ ਹੈ ਉਹਨੂੰ ਬਹੁਤਾ ਪੇਸ਼ ਕੀਤਾ ਜਾਂਦਾ ਹੈ,
ਪੋਜ਼ਿਟਿਵ ਗੱਲ ਕਰਨ ਵਾਸਤੇ ਮੈਨੂੰ ਯਾਦ ਤੁਹਾਨੂੰ ਕਹਾਂਗਾ ਪੁਰਾਣੀ ਗੱਲ, ਇੱਕ ਸਾਡੇ ਕਾਮਰੇਡ ਮੈਂਬਰ ਹੁੰਦੇ ਸੀ ਬੜੇ ਪੁਰਾਣੇ, ਜਦੋਂ 72 'ਚ ਅਸੀਂ ਪਹਿਲੀ ਵਾਰ MLA ਮੈਂ ਬਣਿਆ, ਅਸੀਂ ਅਪੋਜੀਸ਼ਨ ਸੀ, ਗਿਆਨੀ ਜੀ ਚੀਫ ਮਿਨਿਸਟਰ ਸੀ, ਉਹ ਘੰਟਾ ਬੋਲਿਆ, ਕਾਮਰੇਡ ਹੁਸ਼ਿਆਰਪੁਰ ਤੋਂ ਸੀ, ਮੈਂ ਨਾਂ ਹੁਣ ਭੁੱਲ ਗਿਆ। ਅਗਲੇ ਦਿਨ ਪ੍ਰੈਸ 'ਚ ਕੱਖ ਹੀ ਨਾ ਆਇਆ। ਅਗਲੇ ਦਿਨ ਕਹਿੰਦੇ ਜੇ ਤਾਂ ਅਸੀਂ ਕਹਿ ਦਈਏ ਕਿ ਪਜਾਮੇ 'ਚ ਕਣਕ ਦੀ ਬੱਲੀ ਪੁੱਠੀ ਚੜ੍ਹ ਗਈ ਤਾਂ ਕਹਿੰਦੇ ਐਡੀ ਖਬਰ ਲੱਗ ਜਾਂਦੀ ਹੈ, ਜੇ ਅਸੀਂ ਸਿੱਧੀ ਗੱਲ ਕਰੀਏ ਕਹਿੰਦੇ ਘੰਟਾ ਬੋਲੀ ਜਾਂ ਇੱਕ ਨਹੀਂ ਲੱਗਦੀ। ਇਸ ਕਰਕੇ ਕਈ ਵਾਰੀ ਨੈਗੇਟਿਵ ਗੱਲਾਂ ਪਾਰਟੀਆਂ ਦੇ ਉਲਟ ਬਹੁਤੀਆਂ ਚੱਲਦੀਆਂ ਨੇ, ਜਿਹੜੀਆਂ ਕਿ ਪਾਰਟੀ ਦੀ ਕੁਰਬਾਨੀ ਜਾਂ ਆਪਾਂ ਕੋਈ ਨਹੀਂ ਦੇਖਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇੰਨੀ ਜ਼ਿੰਦਗੀ ਕਿੰਨੇ ਸੰਘਰਸ਼ ਕੀਤੇ ਨੇ। ਮੈਨੂੰ ਗੁਰੂ ਦੀ ਕਿਰਪਾ ਨਾਲ 72 ਤੋਂ ਨਾਲ ਮੌਕਾ ਮਿਲਿਆ, ਮੈਨੂੰ ਪਤਾ ਹੈ ਕਿਵੇਂ ਮੌਤ ਦੇ ਮੂੰਹ 'ਚ ਹੋ ਕੇ ਅਸੀਂ ਲੜਾਈਆਂ ਲੜਦੇ ਰਹੇ ਹਾਂ ਅਤੇ ਕਿੱਡੇ ਕਿੱਡੇ ਫੈਸਲੇ ਸਖਤ ਲੈਂਦੇ ਰਹੇ, ਜਿਨ੍ਹਾਂ ਫੈਸਲਿਆਂ ਦਾ ਜਿਸ ਵੇਲੇ ਐਮਰਜੈਂਸੀ ਲੱਗੀ ਹੈ ਸਾਰਾ ਹਿੰਦੁਸਤਾਨ ਫੜ ਲਿਆ ਸੀ, ਅਕਾਲੀ ਲੀਡਰ ਨਹੀਂ ਸੀ ਫੜੇ। ਸਾਡੀ 7 ਬੰਦਿਆਂ ਦੀ ਮੀਟਿੰਗ ਹੋਈ, ਜਿਨ੍ਹਾਂ 'ਚ ਪ੍ਰਕਾਸ਼ ਸਿੰਘ ਬਾਦਲ ਔਰ ਦਾਸ ਹੈ, ਮੈਂ MLA ਸੀ ਸਭ ਤੋਂ ਛੋਟੀ ਉਮਰ ਦਾ, ਵਿੱਚ ਸੀ ਉਸ 7 ਮੈਂਬਰੀ ਦੇ 'ਚ, ਬਾਕੀ ਰੱਬ ਕੋਲੇ ਚਲੇ ਗਏ। 3 ਘੰਟੇ ਬਹਿਸ ਕਰਨ ਤੋਂ ਬਾਅਦ ਕਿ ਸਾਰਾ ਦੇਸ਼ ਫੜ ਲਿਆ, ਆਪਾਂ ਨੂੰ ਫੜਿਆ ਨਹੀਂ, ਆਪਾਂ ਕਿਉਂ ਪੰਗਾ ਲੈਂਦੇ ਹਾਂ। ਲੇਕਿਨ ਅਖੀਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਦੇਸ਼ ਦੀ ਦੁਆਰਾ ਗੁਲਾਮੀ ਹੈ, ਨਹੀਂ ਕੌਮ ਵਕਤ 'ਚ ਪਾਉਣੀ ਨਾ ਪਾਓ, ਮੈਂ ਚੀਫ ਮਿਨਿਸਟਰ ਹਾਂ, ਮੈਂ ਵੱਡਾ ਸੇਵਾਦਾਰ, ਮੈਨੂੰ ਇਕੱਲੇ ਨੂੰ ਇਜਾਜ਼ਤ ਦੇ ਦਿਓ ਤਾਂ ਕਿ ਕੌਮ ਦੀ ਮੈਂ ਹਾਜ਼ਰੀ ਪਾ ਦਿਆਂ। ਅਤੇ ਜਦੋਂ ਅਸੀਂ ਉਹ ਲੜਾਈ ਲੜੀ, ਮੈਨੂੰ ਯਾਦ ਹੈ ਮੇਰੇ ਹੱਥ ਕੜੀ ਲੱਗੀ ਹੁੰਦੀ ਸੀ ਅਤੇ ਪੈਦਲ ਜਾਂਦੇ ਸੀ ਬਠਿੰਡੇ ਤੋਂ ਮਾਨਸਾ ਦੀ ਕੋਰਟ 'ਚ, ਅਤੇ ਮਗਰਾ ਆਹ ਕੱਲ੍ਹ ਦੇ ਮੁੰਡੇ ਨੇ ਇਹ ਕਾਹਨੂੰ, ਇਹ ਹੁਣ ਇਹਨੂੰ ਕੌਣ ਬਾਹਰ ਕੱਢੂਗਾ। ਜਾਇਦਾਦਾਂ ਜ਼ਬਤ, ਟਰਾਂਸਪੋਰਟਾਂ ਜ਼ਬਤ, ਬੜੀਆਂ ਲੰਬੀਆਂ ਲੰਬੀਆਂ ਲੜਾਈਆਂ ਲੜੀਆਂ। ਆਹ ਵਿਰਾਸਤ-ਏ ਖਾਲਸਾ, ਤੁਸੀਂ ਸਾਰੇ ਸਾਡੇ ਬੱਚੇ ਬੈਠੇ ਹੋ, ਕੋਈ ਮੇਰੇ ਹਾਣੀ ਹੈ, ਕੋਈ ਛੋਟੇ ਹੋ, ਕੋਈ ਬੱਚੇ ਇਸ ਤਰ੍ਹਾਂ। ਅੱਜ ਕੋਈ ਪੜ੍ਹਦਾ ਨਹੀਂ ਹਿਸਟਰੀ, ਗੁਰਬਾਣੀ ਅਤੇ ਗੱਲਾਂ ਬੜੀ ਦੂਰ ਹੈ। ਵਿਰਾਸਤ-ਏ ਖਾਲਸਾ ਜਾਓ, ਕਿਸੇ ਕੌਮ ਦੇ ਬੰਦੇ ਨੂੰ ਲੈ ਜਾਓ ਛੱਡ ਕੇ ਆਪਾਂ ਨੂੰ, ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ, ਜਾ ਕੇ ਘੰਟਾ ਦੇਖ ਲਏ। ਉਹਨੂੰ ਦੇਖਣ ਤੋਂ ਬਾਅਦ ਸਾਰੀ ਸਿੱਖ ਹਿਸਟਰੀ ਜਦੋਂ ਤੋਂ ਪੈਦਾ ਹੋਇਆ ਧਰਮ ਅਤੇ ਅੱਜ ਤੱਕ ਸਾਰੀ ਹਿਸਟਰੀ ਹੈ ਕਿਸੇ ਧਰਮ ਕੋਲ ਐਡਾ ਵੱਡਾ ਖਜ਼ਾਨਾ ਕਿਹਨੇ ਬਣਾਇਆ? ਪ੍ਰਕਾਸ਼ ਸਿੰਘ ਬਾਦਲ ਨੇ। ਆਜ਼ਾਦੀ ਘੁਲਾਟੀਆਂ ਦਾ ਲਾ ਲਓ, ਹੋਰ ਧਰਮਾਂ ਦੇ ਲਾ ਲਓ, ਕਿੰਨਾ ਕੀਤਾ, ਅੰਬਰ ਸਾਹਿਬ ਦੇ। ਸੋ ਚੰਗੇ ਕੰਮ ਸਾਰੇ ਭੁੱਲ ਜਾਂਦੇ ਆ, ਜਿੰਨੀਆਂ ਕਿ ਪੰਜਾਬ ਦੇ ਭਲੇ ਵਾਸਤੇ ਗੱਲਾਂ ਕੀਤੀਆਂ ਭੁੱਲ ਜਾਂਦੇ ਆ। ਇੱਕ ਗੱਲ ਕਿਤੇ ਨਿੱਕੀ ਜਿਹੀ ਨੈਗੇਟਿਵ ਹੋ ਜਾਵੇ, ਸਾਰੀਆਂ ਉੱਧਰ ਲੱਗ ਜਾਂਦੀਆਂ। ਇਸ ਕਰਕੇ ਇਹਨਾਂ ਗੱਲਾਂ ਕਰਕੇ ਕਈ ਗੱਲਾਂ ਮਤਭੇਦ ਐਸੀਆਂ ਆ ਰਹੀਆਂ ਨੇ, ਉਹ ਅੱਜ ਸਾਰੀਆਂ ਖਤਮ ਕਰਕੇ ਸਾਰੀਆਂ ਅਸੀਂ ਇਹ ਜਿਹੜੀ ਕਮੇਟੀ ਰਿਪੋਰਟ ਇਹ ਸੋਚ ਕੇ ਪਾਰਟੀ ਨੂੰ ਚੜ੍ਹਦੀ ਕਲਾ ਵਾਸਤੇ ਜੁਨੈਨੀ ਮਸਲੀ ਤਕੜੇ ਹੋ ਕੇ ਇਵੇਂ ਜ਼ਿਕਰ ਅੱਗੇ ਲੈ ਕੇ ਜਾਵਾਂਗੇ। ਇਹ ਅੱਜ ਸਾਡੀ ਬੇਨਤੀ ਹੈ। ਹੁਣ ਤੁਹਾਡੇ ਵੱਲੋਂ ਕੋਈ ਗੱਲ ਤੁਸੀਂ ਕਹਿਣਾ ਹੈ? ਲੋੜ ਹੀ ਨਹੀਂ। ਇੱਕ ਪੁੰਦਰ ਸਾਹਿਬ, ਤੁਸੀਂ ਇੱਕ ਮੇਰਾ ਪ੍ਰਸ਼ਨ ਆ, ਚਲੋ ਇਹਨਾਂ ਪੁੰਦਰ ਸਾਹਿਬ ਨੂੰ, ਚਲੋ ਕਹਿ ਲਓ ਕੋਰ ਕਮੇਟੀ ਨੇ ਇੱਕ ਤੁਹਾਡੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਸੀ, ਜਿਹਦੇ ਤੁਸੀਂ ਕਨਵੀਨਰ ਸੀ, ਤੁਹਾਡੀ ਮੀਟਿੰਗ ਹੋਈ ਸੀ। ਫਿਰ ਉਸ ਤੋਂ ਬਾਅਦ ਤੁਸੀਂ ਝੁੰਡਾ ਸਾਹਿਬ ਦੀ ਅਗਵਾਈ ਵਾਲੀ ਇੱਕ 13 ਮੈਂਬਰੀ ਜਿਹੜੀ ਇਹ ਕਮੇਟੀ ਬਣਾਤੀ। ਉਸ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਤੁਹਾਨੂੰ ਦੇ ਦਿੱਤੀ। ਮੇਰਾ ਪਹਿਲਾ ਤਾਂ ਸਵਾਲ ਆ ਵੀ ਜੇ ਤੁਸੀਂ ਉਹ 13 ਮੈਂਬਰੀ ਕਮੇਟੀ ਬਣਾਈ ਸੀ ਤੇ ਕਮੇਟੀ ਨੇ ਰਿਪੋਰਟ ਤੁਹਾਨੂੰ ਸਬਮਿਟ ਕੀਤੀ ਹੈ, ਕੀ ਤੁਸੀਂ ਉਸ ਰਿਪੋਰਟ ਦੇ ਉੱਤੇ ਆਪਣੀ ਕਮੇਟੀ ਦੀ ਕੋਈ ਮੀਟਿੰਗ ਸੱਦੀ ਸੀ ਜਾਂ ਕੋਈ ਆਪਣੀ ਕਮੇਟੀ ਵੱਲੋਂ ਸਿਫਾਰਿਸ਼ਾਂ ਕੀਤੀਆਂ ਨੇ ਕੋਰ ਕਮੇਟੀ ਨੂੰ ਇਹ ਬਣਦੀਆਂ? ਨੰਬਰ ਦੂਸਰਾ, ਤੁਸੀਂ ਇੱਕ ਗੱਲ ਕੀਤੀ ਹੈ ਕਿ ਇਹ ਅਧਿਕਾਰ ਜਿਹੜੇ ਨੇ ਪ੍ਰਧਾਨ ਸਾਹਿਬ ਨੂੰ ਜਿਹੜੇ ਦੇ ਦਿੱਤੇ ਆ, ਕੀ ਇਹ 13 ਮੈਂਬਰ ਜਿਹੜੀ ਕਮੇਟੀ ਹੈ ਉਹਨੇ ਸਿਫਾਰਿਸ਼ ਕੀਤੀ ਹੋਈ ਹੈ ਕਿ ਇਹ ਪ੍ਰਧਾਨ ਨੂੰ ਅਧਿਕਾਰ ਦਿੱਤੇ ਜਾਂ? ਦੂਸਰਾ ਪ੍ਰਸ਼ਨ ਮੇਰਾ ਇਹ ਹੈ। ਪਹਿਲੇ ਪ੍ਰਸ਼ਨ ਦਾ ਇਹ ਹੈ, ਤੁਸੀਂ ਸਵਾਲ ਕੀਤਾ ਠੀਕ ਹੈ, 13 ਮੈਂਬਰੀ ਕਮੇਟੀ ਬਣੀ, ਮੈਂ ਉਸ ਦਾ ਕਨਵੀਨਰ ਸੀ। ਉਹ 13 ਮੈਂਬਰੀ ਕਮੇਟੀ 'ਚੋਂ ਜਿਹੜੀ ਅੱਜ ਦੀ ਸਾਡੀ ਕੋਰ ਕਮੇਟੀ ਸੀ, 8 ਮੈਂਬਰ ਤਾਂ ਅਸੀਂ ਉਹ ਬੈਠੇ ਹਾਂ, 3 ਮੈਂਬਰ ਕਿ 4 ਬਾਹਰ ਗਏ ਨੇ, ਇੱਕ ਮੈਂ ਆ। ਇਹੀ ਮੈਂਬਰਾਂ ਨੇ ਰਿਪੋਰਟ ਦੇਣੀ ਸੀ, ਇਹੀ ਮੈਂਬਰ ਸੀ, ਇਹੀ ਗਾਹਾਂ ਕੋਰ ਕਮੇਟੀ ਉਸ ਤੋਂ ਅੱਗੇ ਐਡੀਸ਼ਨ ਹੋ ਗਈ। ਇਹ ਉਸ ਤੋਂ ਇੱਕ ਵੱਡੀ ਕਮੇਟੀ ਹੈ ਜਿਹਨੇ ਉਹ ਕਮੇਟੀ ਬਣਾਈ ਸੀ ਪ੍ਰਧਾਨ ਨੇ। ਇਸ ਕਰਕੇ ਅਸੀਂ ਸਾਰੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ ਕਿ ਬਜਾਏ ਆਪਾਂ ਅੱਜ ਕੱਲ੍ਹ ਪਰਸੋਂ ਚੌਥੇ ਆਪਾਂ ਲੱਗੇ ਰਹਾਂਗੇ, ਜਦੋਂ ਸਾਰੇ ਮੈਂਬਰ ਹੀ ਅਸੀਂ ਹਾਂ ਅਤੇ ਇੰਨੇ ਘੰਟੇ 5 ਘੰਟੇ ਤੁਸੀਂ ਦੇਖਿਆ, ਕਦੇ 2 ਘੰਟੇ 3 ਘੰਟੇ ਹੁੰਦੀ ਸੀ ਮੀਟਿੰਗ, ਅੱਜ 5 ਘੰਟੇ ਕਿਉਂ ਹੋਈ? ਇਸੇ ਕਰਕੇ ਕੱਲੀ ਗੱਲ 'ਤੇ ਅੱਖਰ 'ਤੇ ਵਿਚਾਰ ਹੋਇਆ। ਅੱਖਰ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਅਸੀਂ ਅਖਤਿਆਰ ਦਿੱਤੇ ਇੰਪਲੀਮੈਂਟ ਕਰਨ ਵਾਸਤੇ। ਇਹ ਸਾਰਾ ਧਰਮ ਸਤਿਕਾਰਯੋਗ ਸਾਰੀ ਪ੍ਰੈਸ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇੱਕ ਬਹੁਤ ਅਹਿਮ ਮੁੱਦੇ 'ਤੇ ਆਪਾਂ ਇਕੱਤਰ ਹੋਏ ਹਾਂ। ਸ਼੍ਰੋਮਣੀ ਅਕਾਲੀ ਦਲ ਨੇ 2022 ਦੀਆਂ ਚੋਣਾਂ ਤੋਂ ਬਾਅਦ
ਕੀ ਕਾਰਨ ਰਹੇ ਕਿ ਨਤੀਜੇ ਇੰਨੇ ਮਾੜੇ ਆਏ। ਉਸ ਦੇ ਸੰਬੰਧ ਵਿੱਚ ਪਹਿਲਾਂ ਇੱਕ ਕਮੇਟੀ ਬਣਾਈ, ਫਿਰ ਇੱਕ ਕਮੇਟੀ ਸਾਡੀ ਅਗਵਾਈ ਵਿੱਚ 13 ਮੈਂਬਰੀ ਕਮੇਟੀ ਬਣੀ ਔਰ ਅਸੀਂ ਤਕਰੀਬਨ ਪੰਜਾਬ ਦੇ 100 ਹਲਕਿਆਂ ਤੋਂ ਵੱਧ ਹਲਕਿਆਂ 'ਚ ਜਾ ਕੇ ਵਰਕਰਾਂ ਤੋਂ ਫੀਡਬੈਕ, ਸਿੱਖ ਸੰਗਤ ਤੋਂ, ਪੰਜਾਬ ਦੇ ਲੋਕਾਂ ਤੋਂ ਫੀਡਬੈਕ ਲੈ ਕੇ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਬੜੀ ਨੇਕੀ, ਇਮਾਨਦਾਰੀ ਔਰ ਪਾਰਟੀ ਨੂੰ ਸਮਰਪਿਤ ਹੋ ਕੇ ਉਹ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਔਰ ਉਹ ਜੋ ਤੱਥ ਉਹਦੇ 'ਚੋਂ ਸਾਹਮਣੇ ਆਏ ਉਹ ਸਾਰੇ ਅਸੀਂ ਬਿਨਾਂ ਕਿਸੇ ਪੱਖਪਾਤ ਤੋਂ, ਬਿਨਾਂ ਕਿਸੇ ਨਾਲ ਲਿਹਾਜ਼ ਰੱਖੇ ਤੋਂ ਪੂਰਨ ਰੂਪ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਪ੍ਰਗਟ ਕੀਤੇ ਨੇ। ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਰਿਪੋਰਟ ਹੈ ਜਿਹੜੀ ਉਹ 13 ਮੈਂਬਰੀ ਕਮੇਟੀ ਦੀ ਰਿਪੋਰਟ ਨਹੀਂ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਅਸੀਂ ਰਿਪੋਰਟ 'ਚ ਪ੍ਰਗਟ ਕੀਤੀਆਂ ਨੇ। ਇਸ ਤੋਂ ਵੀ ਵੱਡੀ ਗੱਲ ਮੈਂ ਅੱਜ ਕੋਰ ਕਮੇਟੀ ਨੂੰ ਔਰ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਦਿੰਦਾ ਇਸ ਗੱਲ ਦੀ ਕਿ ਉਹਨਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਇਹਨਾਂ ਨੇ ਮੰਨਣ ਦੀ, ਉਹਨੂੰ ਇੰਪਲੀਮੈਂਟ ਕਰਨ ਲਈ ਅੱਜ ਕੋਰ ਕਮੇਟੀ ਵਿੱਚ ਫੈਸਲਾ ਕੀਤਾ। ਮੈਂ ਸਮਝਦਾ ਇਹ ਵਰਕਰਾਂ ਦਾ ਸਤਿਕਾਰ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੇ ਕੈਡਰ ਦਾ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ, ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੀ ਸੰਗਤ ਦਾ ਬਹੁਤ ਵੱਡਾ ਸਤਿਕਾਰ ਅੱਜ ਪਾਰਟੀ ਪ੍ਰਧਾਨ ਔਰ ਸਾਡੀ ਸਮੁੱਚੀ ਕੋਰ ਕਮੇਟੀ ਨੇ ਕੀਤਾ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸਹੀ ਮਾਇਨਿਆਂ ਵਿੱਚ ਡੈਮੋਕ੍ਰੈਟਿਕ ਸਿਸਟਮ ਨੂੰ ਸਹੀ ਮਾਇਨਿਆਂ ਵਿੱਚ ਥੱਲੇ ਤੋਂ ਲੈ ਕੇ ਜੋ ਵਰਕਰਾਂ ਦੀਆਂ ਭਾਵਨਾਵਾਂ ਉਹਨੂੰ ਜੋ ਚਾਹੇ ਲੀਡਰਸ਼ਿਪ ਨਾਲ ਸੰਬੰਧਿਤ ਸੀ, ਉਹ ਚਾਹੇ ਉਹ ਪਾਰਟੀ ਦੇ ਕਿਸੇ ਸਾਡੀਆਂ ਗਲਤੀਆਂ ਸੀ, ਚਾਹੇ ਸਾਡੇ ਚੰਗੇ ਪੱਖ ਸੀ ਜਿਨ੍ਹਾਂ ਨੂੰ ਅਸੀਂ ਉਜਾਗਰ ਨਹੀਂ ਕਰ ਸਕੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾਰਟੀ ਨੇ ਖੁੱਲ੍ਹੇ ਮਨ ਨਾਲ ਮੰਨਿਆ। ਸੋ ਮੈਂ ਸਮਝਦਾ ਇਸ ਗੱਲ ਦੀ ਵਧਾਈ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸਹੀ ਮਾਇਨਿਆਂ ਵਿੱਚ ਡੈਮੋਕ੍ਰੈਟਿਕ ਸਿਸਟਮ ਨੂੰ ਪਾਰਟੀ ਨੇ ਲਾਗੂ ਕੀਤਾ ਔਰ ਆਉਣ ਵਾਲੇ ਸਮੇਂ 'ਚ ਸੋ ਮੇਰੀ ਅਥਾਰਟੀ ਤਾਂ ਨਹੀਂ ਹੈ, ਖੈਰ ਸਾਡਾ ਕੰਮ ਤਾਂ ਰਿਪੋਰਟ ਪੇਸ਼ ਕਰਨਾ, ਥੱਲਿਓਂ ਫੀਡਬੈਕ ਲਿਆ ਕੇ ਲਿਆਉਣਾ ਔਰ ਕੋਰ ਕਮੇਟੀ 'ਚ ਉਹਨੂੰ ਰੱਖਣਾ ਹੀ ਸੀ। ਪਰ ਜੋ ਅੱਜ ਕੋਰ ਕਮੇਟੀ ਵਿੱਚ ਬਹਿ ਕੇ ਸਾਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਹੋਈ ਹੈ ਕਿ ਪਾਰਟੀ ਕਿੰਨੀ ਸੰਜੀਦਗੀ ਨਾਲ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੰਨਣ ਜਾ ਰਹੀ ਹੈ ਔਰ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕੀਤੀ ਹੈ। ਔਰ ਮੈਂ ਦੂਸਰੀ ਇਹ ਵੀ ਬੇਨਤੀ ਕਰਨੀ ਚਾਹੁੰਦਾ, ਵੱਖ-ਵੱਖ ਕਿਸਮ ਦੀਆਂ ਗੱਲਾਂ ਜਿਸ ਦਿਨ ਤੋਂ ਅਸੀਂ ਰਿਪੋਰਟ ਪੇਸ਼ ਕੀਤੀ ਹੈ, ਬਹੁਤ ਕਿਸਮ ਦੀਆਂ ਚਰਚਾਵਾਂ ਚੱਲੀਆਂ, ਛਿੜੀਆਂ ਔਰ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਜਨਤਕ ਤਾਂ ਹਲੇ ਨਹੀਂ ਕਰ ਸਕਦੇ ਕਿਉਂਕਿ ਫੈਸਲਾ ਹੋਇਆ ਕੋਰ ਕਮੇਟੀ 'ਚ ਕਿ 1-2 ਮੀਟਿੰਗਾਂ ਹੋਰ ਕਰਕੇ ਇਹਨੂੰ ਸਹੀ ਮਾਇਨਿਆਂ ਵਿੱਚ ਅਸੀਂ ਲਾਗੂ ਆ ਜਿਹੜਾ ਕਰਨ ਜਾ ਰਹੇ ਹਾਂ। ਔਰ ਇਸ ਗੱਲ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਰਿਪੋਰਟ ਪੂਰਨ ਰੂਪ ਵਿੱਚ ਲਾਗੂ ਹੋਣ ਜਾਊਗੀ। ਇਸ ਗੱਲ ਦਾ ਸਾਨੂੰ ਪੂਰੀ ਤਸੱਲੀ ਹੈ ਜਿਸ ਤਰ੍ਹਾਂ ਸਾਨੂੰ ਕੋਰ ਕਮੇਟੀ ਨੇ ਵਿਸ਼ਵਾਸ ਦਿਵਾਇਆ। ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਕਿ ਪਾਰਟੀ ਲੀਡਰਸ਼ਿਪ ਨੂੰ ਮਾਰਨ ਲਈ ਸ਼੍ਰੋਮਣੀ ਉਹ ਪਾਰਟੀ ਜਿਹੜੀ ਪੰਜਾਬ ਲਈ ਲੜਦੀ ਆ, ਪੰਜਾਬ ਦੇ ਹੱਕਾਂ ਲਈ ਲੜਾਈ ਲੜਦੀ ਆ, ਉਹਨੂੰ ਮਾਰਨ ਲਈ ਬਹੁਤ ਵੱਡੀਆਂ ਅੱਜ ਉਹ ਲੋਕ ਜਿਹੜੇ ਜਿਨ੍ਹਾਂ ਨੇ ਦਿੱਲੀ 'ਚ ਚਾਹੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਦਾ ਵਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਟੇਢੇ ਢੰਗ ਨਾਲ ਨਹੀਂ ਸਿੱਧੇ ਢੰਗ ਨਾਲ ਹੀ ਬੀਜੇਪੀ ਨੂੰ ਸਮਰਪਿਤ ਨੇ। ਨੌ ਅਕਾਲੀ ਦਲ ਦਾ ਏਜੰਡਾ ਬੀਜੇਪੀ ਦਾ ਔਰ ਆਰਐਸਐਸ ਦਾ ਲਾਗੂ ਕੀਤਾ ਜਾ ਰਿਹਾ। ਉਹ ਲੋਕ ਅੱਜ ਪੰਥਕ ਏਕਤਾ ਦਾ ਵਾਸਤਾ ਵੀ ਪਾਉਂਦੇ ਨੇ। ਗੱਲ ਕੀ ਆ ਕਿ ਅਕਾਲੀ ਦਲ ਦੀ ਸਥਾਪਿਤ ਲੀਡਰਸ਼ਿਪ ਨੂੰ ਪਾਸੇ ਕਰ ਦਿਓ ਔਰ ਇਸ ਦੇ ਨਾਲ ਨਾਲ ਆਪਾਂ ਪੰਥਕ ਏਕਤਾ ਬੀਜੇਪੀ ਦੇ ਮਖੌਟੇ ਥੱਲੇ ਇਕੱਠੀ ਕਰ ਲਈਏ ਜਿਹਦੀ ਅਗਵਾਈ ਟੇਢੇ ਰੂਪ ਵਿੱਚ ਬੀਜੇਪੀ ਕਰੇ। ਇਹ ਨਾ ਕਦੇ ਪੰਜਾਬ ਨੂੰ ਪ੍ਰਵਾਨ ਹੋਇਆ, ਨਾ ਕਦੇ ਸਿੱਖ ਕੌਮ ਨੂੰ ਪ੍ਰਵਾਨ ਹੋਇਆ। ਮੈਂ ਆਪਣੇ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਵੱਲੋਂ ਇੱਕ ਸੁਨੇਹਾ ਪੰਜਾਬ ਦੀ ਜਨਤਾ ਨੂੰ ਵੀ ਦੇਣਾ ਚਾਹੁੰਦਾ ਕਿ ਵੀਰੋ ਬੜਾ ਨਾਜ਼ੁਕ ਸਮਾਂ, ਸੁਚੇਤ ਹੋਣ ਦੀ ਲੋੜ ਹੈ। ਅੱਜ ਪੰਜਾਬ ਔਰ ਪੰਥ ਵਿਰੋਧੀ ਤਾਕਤਾਂ ਬਹੁਤ ਵੱਡੀਆਂ ਸਾਜ਼ਿਸ਼ਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਹੋਣ ਨੂੰ ਫਿਰਦੀਆਂ ਨੇ। ਜਿਸ ਤਰ੍ਹਾਂ ਆਪਾਂ ਕਹਿਣਾ ਕਿ ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ। ਇਹ ਬਹੁਤ ਮਾੜਾ ਦੌਰ ਹੈ ਪੰਜਾਬ ਲਈ। ਇਹ ਪੰਜਾਬ ਦੀ ਸਿੱਖ ਸੰਗਤ ਔਰ ਪੰਜਾਬ ਦੇ ਲੋਕਾਂ ਨੂੰ ਸੋਚਣ ਔਰ ਵਿਚਾਰਨ ਦੀ ਲੋੜ ਹੈ। ਜੇ ਅਕਾਲੀ ਦਲ ਖਤਮ ਹੋ ਗਿਆ, ਪੰਜਾਬ ਦੀ ਆਵਾਜ਼ ਖਤਮ ਹੋ ਜੂ, ਪੰਜਾਬ ਦੀ ਕੋਈ ਗੱਲ ਕਰਨ ਵਾਲਾ ਰਹਿਣਾ ਨਹੀਂ। ਅੱਜ ਕਿਉਂ ਨਹੀਂ ਗੱਲ ਹੁੰਦੀ ਪੰਜਾਬ ਦੀ? ਕੀ ਅੱਜ ਬੰਦੀ ਸਿੰਘਾਂ ਦਾ ਮਸਲਾ ਹੈ? ਕੀ ਸ਼ਰੇਆਮ ਕੋਈ ਕਹਿ ਸਕਦਾ ਵੀ ਉਹਨਾਂ ਨੂੰ ਰਿਹਾ ਕਰੋ? ਕਿਹੜੀ ਪਾਰਟੀ ਕਹਿੰਦੀ ਹੈ ਇਕੱਲੇ ਅਕਾਲੀ ਦਲ ਤੋਂ ਬਿਨਾਂ? ਸੋ ਇਸ ਕਰਕੇ ਵੀਰੋ ਇਹ ਜਿਹੜੀਆਂ ਪੰਥਕ ਗੱਲਾਂ ਨੇ, ਪੰਜਾਬ ਦੀਆਂ ਗੱਲਾਂ ਨੇ, ਸਿਰਫ ਤੇ ਸਿਰਫ ਅਕਾਲੀ ਦਲ ਨੇ ਕਰਨੀਆਂ ਨੇ। ਸਾਡੇ ਪ੍ਰਧਾਨ ਸਾਹਿਬ
ਸਾਡੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਸਾਰੀ ਸਿੱਖ ਕੌਮ ਨੂੰ ਹੱਥ ਬੰਨ੍ਹ ਕੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ, ਉਹਨਾਂ ਸਾਜ਼ਿਸ਼ਾਂ ਦਾ ਹਿੱਸਾ ਨਾ ਬਣੋ। ਉਹ ਲੋਕ ਸਾਨੂੰ ਬੀਜੇਪੀ ਦੀ ਔਰ ਆਰਐਸਐਸ ਦੀ ਝੋਲੀ ਪਾਉਣਾ ਚਾਹੁੰਦੇ ਆ, ਜੀ ਤੋਂ ਸਾਨੂੰ ਬਚਣ ਦੀ ਲੋੜ ਆ। ਮੈਂ ਇੰਨੀਆਂ ਕੁ ਬੇਨਤੀਆਂ ਕਰਨੀਆਂ ਚਾਹੁੰਦਾ, ਜੇ ਕਿਸੇ ਨੇ ਕੋਈ ਬਤੌਰ ਮੈਂ ਪ੍ਰਧਾਨ ਸੇਵਾ ਨਿਭਾਈ ਆ, ਕੋਈ ਸਵਾਲ ਪੁੱਛਣਾ ਚਾਹੁੰਦਾ ਤਾਂ ਮੈਂ ਜਵਾਬ ਦੇ। 100 ਹਲਕੇ ਤੁਸੀਂ ਕਹਿ ਰਹੇ ਹੋ ਗਏ ਹੋ, ਕੀ ਲੋਕਾਂ ਤੋਂ ਫੀਡਬੈਕ ਕੀ ਮਿਲੀ ਹੈ ਪਾਰਟੀ ਨੂੰ ਲੈ ਕੇ? ਜੋ ਪਾਰਟੀ ਚੋਂ ਫੀਡਬੈਕ ਮਿਲੀ ਆ, ਉਹ ਸਾਰੀ ਫੀਡਬੈਕ ਹੂਬ ਟੂ ਹੂਬ, ਅਸੀਂ ਕੋਈ ਚੀਜ਼ ਲਕੋਈ ਨਹੀਂ ਹੈ। ਜਿਹੜੀਆਂ ਚੀਜ਼ਾਂ ਲੀਡਰਸ਼ਿਪ ਦੇ ਉਲਟ ਜਾਂਦੀਆਂ ਸੀ ਉਹ ਵੀ ਲਿਖੀਆਂ, ਜਿਹੜੀਆਂ ਹੱਕ ਦੀ ਚੀਜ਼ਾਂ ਨੂੰ ਅਸੀਂ ਪ੍ਰਚਾਰ ਨਹੀਂ ਕਰ ਸਕੇ ਉਹ ਵੀ ਲਿਖੀਆਂ, ਜਿਹੜੀਆਂ ਸਾਜ਼ਿਸ਼ਾਂ ਕਰਨ ਨਾਲ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਉਹ ਵੀ ਲਿਖੀਆਂ, ਜਿਹੜੇ ਧਾਰਮਿਕ ਮੁੱਦੇ ਸਾਨੂੰ ਬਦਨਾਮ ਕਰਨ ਲਈ ਜਾਂ ਜਿੱਥੇ ਕਿਤੋਂ ਸਭ ਗਲਤੀਆਂ ਹੋਈਆਂ ਉਹ ਵੀ ਲਿਖੀਆਂ। ਅਸੀਂ ਹਰ ਚੀਜ਼ ਇਸ ਰਿਪੋਰਟ ਵਿੱਚ ਵਰਣਨ ਕੀਤੀ ਹੈ ਔਰ ਪਾਰਟੀ ਨੇ ਬੜੇ ਖੁੱਲ੍ਹੇ ਮਨ ਨਾਲ ਮੰਨੀ ਹੈ। ਔਰ ਅਸੀਂ ਜਨਤਕ ਹਲੇ 1-2 ਮੀਟਿੰਗਾਂ ਤੋਂ ਬਾਅਦ ਇਹ ਰਿਪੋਰਟ ਆ ਜਿਹੜੀ ਜਨਤਕ ਹੋਊਗੀ। ਸੋ ਅਸੀਂ ਇਹਨਾਂ ਕੀ ਕਹਿਣਾ, ਪਾਰਟੀ ਦੀ ਅਗਵਾਈ ਬਦਲਣ ਦੀ ਸਿਫਾਰਿਸ਼ ਸੀਗੀ ਕਿ ਉਹ ਸਾਰੀਆਂ ਗੱਲਾਂ ਦੇ ਵਿੱਚ ਨੇ ਜੀ। ਉਹ ਭੁੰਦਰ ਸਾਹਿਬ ਨੇ ਸਾਰਾ ਦੱਸਤਾ, ਉਸ ਤੋਂ ਬਾਅਦ ਅਸੀਂ ਡਿਸਕਸ ਕਰ ਲਾਂਗੇ। ਮੈਂ ਬਲਟੋਆ ਸਾਹਿਬ ਜੇ ਕੋਈ ਗੱਲ ਕਰਨੀ ਚਾਹੁੰਦਾ ਕਰ ਇਸ ਦਾ ਜਵਾਬ ਮੈਂ ਦਿੰਦਾ। ਇਹ ਸਾਰੀ ਰਿਪੋਰਟ ਕਿਉਂਕਿ ਮੈਨੂੰ ਇਹਨਾਂ ਨੇ ਪੇਸ਼ ਕੀਤੀ, ਜਦੋਂ ਪੇਸ਼ ਕੀਤੀ ਉਦੋਂ ਵੀ ਡਿਸਕਸ ਹੋਈ, ਫਿਰ ਅਸੀਂ ਫਿਰ ਇਹਦਾ ਅੱਖਰ ਬਹਿ ਕੇ ਡਿਸਕਸ ਕੀਤਾ ਆਪਸ ਵਿੱਚ। ਉਹਦੇ 'ਚ ਕਿਤੇ ਵੀ ਇਹ ਲਫ਼ਜ਼ ਨਹੀਂ ਕਿ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਵੇ, ਕਿਤੇ ਵੀ ਇਹ ਲਫ਼ਜ਼ ਨਹੀਂ। ਆਪਣੇ ਵੱਲੋਂ ਕਿਤੇ ਕੋਈ ਕਹੀ ਜਾਵੇ, ਜ਼ਬਾਨੀ ਕੋਈ ਕਹੀ ਜਾਵੇ। ਇਸੇ ਕਰਕੇ ਮੈਂ ਥੋੜ੍ਹਾ ਤਾਂ ਰੱਖਿਆ, ਇਹ ਗੈਰ ਫੀਲਡ 'ਚ ਵੀ ਇਹਨਾਂ ਦੀ ਗੱਲ ਹੈ ਜਿਹੜੀ ਜ਼ਿਆਦਾ ਅਥੈਂਟਿਕ ਹੈ, ਅਤੇ ਇਹਨਾਂ ਨੇ ਤੁਹਾਨੂੰ ਆਪਣੀ ਜ਼ਬਾਨ ਨਾਲ ਸਾਰਾ ਦੱਸਤਾ ਹੈ। ਬਾਕੀ ਆ ਅਸੀਂ ਜਿਹੜੇ ਬੈਠੇ ਹਾਂ ਇਕੱਠੇ, ਇਹਦਾ ਮਤਲਬ ਕੀ ਹੈ? ਬੋਲ ਤਾਂ ਸਾਰੇ ਇਹਦਾ ਮਤਲਬ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਜ਼ਬਾਨੀ ਨਹੀਂ ਕਹਿੰਦੇ, ਅਸੀਂ ਦਿਲੋਂ ਇੱਕ ਜਿੰਦ ਜਾਨ ਆ। ਸਾਡੇ ਵਾਸਤੇ ਪਾਰਟੀ ਜ਼ਿੰਦਗੀ ਮੌਤ ਹੈ। ਅੱਜ ਪਾਰਟੀ 'ਤੇ ਜੇ ਜਦੋਂ ਤਾਂ ਚੰਗਾ ਸਮਾਂ ਉਹ ਤਾਂ ਚੌਧਰਾਂ ਨੇ, ਜੇ ਮਾੜਾ ਜਿਹਾ ਕਸ਼ਟ ਆ ਜਾਏ, ਜਿਹੜਾ ਕਿ ਜ਼ਿੰਦਗੀ ਦਾ ਹਰ ਇੱਕ ਦਾ ਹਿੱਸਾ ਹੈ, ਆਪਣੀ ਜ਼ਿੰਦਗੀ ਹੈ। ਕਿਹੜਾ ਪਰਿਵਾਰ ਹੈ ਕਿਤੇ ਉਹ ਕੌਣ ਬੰਦਾ ਜਿਹੜਾ ਕਦੇ ਬਿਮਾਰ ਨਹੀਂ ਹੁੰਦਾ ਅਤੇ ਤੰਦਰੁਸਤ ਨਹੀਂ ਹੁੰਦਾ? ਇਸ ਕਰਕੇ ਇਹ ਕਮੀਆਂ ਪੇਸ਼ੀਆਂ ਹਰ ਥਾਂ ਹੁੰਦੀਆਂ ਨੇ, ਇਹ ਕੋਈ ਖਾਸ ਗੱਲ ਨਹੀਂ। ਲੇਕਿਨ ਅੱਜ ਅਸੀਂ ਚਟਾਨ ਦੀ ਤਰ੍ਹਾਂ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ, ਪੰਜਾਬ ਤੇ ਸਿੱਖ ਕੌਮ ਦੀ ਦੁਨੀਆ ਜਿੱਥੇ ਕਿਤੇ ਉਹਦੀ ਸੇਵਾ ਵਾਸਤੇ ਅਸੀਂ ਚਟਾਨ ਦੀ ਤਰ੍ਹਾਂ ਕਾਇਮ ਆ ਕਿ ਸਾਨੂੰ ਕੋਈ ਵੀ ਆਪਣੇ ਸਰੀਰ ਦੀ ਜਿੰਨੀ ਗੁਰੂ ਨੇ ਸ਼ਕਤੀ ਦਿੱਤੀ ਹੈ ਕੁਰਬਾਨੀ ਦੇਣੀ ਪਵੇ। ਅਸੀਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਇੱਕ ਦਿਲ ਇੱਕ ਜਾਨ ਹੋ ਕੇ ਕੰਮ ਕਰਾਂਗੇ। ਥੋੜੇ ਦਿਨਾਂ 'ਚ ਹੀ ਕਰ ਦਿਆਂਗੇ, ਕਿਉਂਕਿ ਅੱਜ ਜਨਤਕ ਕਰੀਏ ਤਾਂ ਫਿਰ ਉਹਦਾ ਵਿਚਾਰ ਵਟਾਂਦਰੇ ਦੀ ਵੈਲਿਊ ਕੋਈ ਨਹੀਂ। ਇਹ ਇਸ ਤੋਂ ਬਾਅਦ ਇਸੇ ਕਰਕੇ ਅਸੀਂ ਯੂਨਾਨੀ ਮਸਲੇ 'ਚ ਕਹਿ ਤਾ ਕਿ ਪ੍ਰਧਾਨ ਜੀ ਇਹ 'ਤੇ ਅਗਲੀ ਹੋਰ ਵਿਚਾਰ ਕਰੋ, ਕਿਹਨਾਂ ਨੂੰ ਸੱਦਣਾ ਹੈ, ਕਿਹਨਾਂ ਦੀ ਰਾਏ ਲੈਣੀ ਹੈ, ਇਹ ਤੁਹਾਡਾ ਪ੍ਰੀਵਿਊ ਹੈ। ਅਸੀਂ ਸਾਥੋਂ ਹੋਰ ਰਾਏ ਲਵਾਂਗੇ, ਅਸੀਂ ਵੀ ਹੋਰ ਦੇਵਾਂਗੇ, ਅੱਜ ਵੀ ਦਿੱਤੀ ਹੈ। ਲੇਕਿਨ ਉਹੀ ਸਾਰੇ ਜੋ ਇੰਟੈਲੀਜੈਂਸੀ ਹੈ ਜਾਂ ਕੋਈ ਸਿੱਖ ਵਿਦਵਾਨ ਹੈ ਜਾਂ ਕੋਈ ਸਿੱਖ ਵਿਦਵਾਨ ਤੋਂ ਬਗੈਰ ਵੀ ਰਾਏ ਦੇ ਸਕਦਾ। ਪੰਜਾਬ ਪੱਖੀ ਲੋਕ, ਦੇਸ਼ ਪੱਖੀ ਕਿਤਨੇ ਸਿਆਣੇ ਲੋਕ ਹੈਗੇ, ਸੋ ਤਾਂ ਕਿ ਉਹਨਾਂ ਨੂੰ ਖੁੱਲ੍ਹਾ ਹਰ ਇੱਕ ਦੀ ਰਾਏ ਲੈ ਕੇ ਠੀਕ ਵਿਚਾਰ ਕਰਨ। ਇਹ ਤਾਂ ਅਸੀਂ ਮੰਨ ਲਿਆ ਕਿ ਜੋ ਰਿਪੋਰਟ ਆਈ ਹੈ ਬਹੁਤ ਅੱਛੀ ਹੈ, ਇੱਕ ਲਫ਼ਜ਼ ਨਾਲ ਹੀ ਤੁਹਾਡਾ ਸਾਰਾ ਮਸਲਾ ਹੱਲ ਹੋ ਗਿਆ। ਨਹੀਂ, ਅੱਜ ਅਸੀਂ ਕੋਈ ਪੁਆਇੰਟ ਦੱਸਦੇ ਹਾਂ ਤਾਂ ਉਸ ਦਾ ਮਤਲਬ ਹੀ ਖਤਮ ਹੋ ਜਾਂਦਾ ਹੈ। ਉਹ ਤਾਂ ਦੇਖੋ ਜੋ ਪਾਰਟੀ ਦਾ ਡਿਸਪਲਿਨ ਹੈ, ਜੋ ਪਾਰਟੀ ਦਾ ਸਿਸਟਮ ਹੈ, ਫਿਰ ਤਾਂ ਜੋ ਅਸੀਂ ਬੋਲੀ ਜਾਂਦੇ ਅਸੀਂ ਖੁਦ ਕੰਟਰਾਡਿਕਟ ਕਰੀ ਜਾਂਦੇ। ਇਸ ਕਰਕੇ ਮੇਰੀ ਪਿਆਰ ਨਾਲ ਬੇਨਤੀ ਹੈ ਕਿ ਤੁਸੀਂ ਸਾਡੀ ਭਾਵਨਾ ਨੂੰ ਪਹਿਲਾਂ ਤਾਂ ਇੱਥੋਂ ਬੈਠਿਆਂ ਨੂੰ ਹੀ ਸਮਝ ਲਓ। ਇਹ ਸਾਡੀ ਭਾਵਨਾ ਹੈ ਕਿ ਅਸੀਂ ਕਿਵੇਂ, ਮੈਂ ਬੇਨਤੀ ਕੀਤੀ ਕਿ ਨਹੀਂ ਮੈਂ ਇਕੱਲਾ ਬੈਠ ਸਕਦਾ, ਅਸੀਂ ਤਿੰਨ ਵੀ ਬੈਠ ਸਕਦੇ, ਨਹੀਂ ਆਪਾਂ ਸਾਰੇ ਦੇਖੋ ਕਿੱਡੇ ਪੁਰਾਣੇ ਨੇ। ਸਪੀਕਰ ਸਾਹਿਬ ਬਰਮਪੁਰਾ ਸਾਹਿਬ ਸ਼ਾਇਦ ਥੱਕ ਕੇ ਉੱਠ ਕੇ ਬਾਗੇ, ਮੈਂ ਤਾਂ ਉਹਨੂੰ ਵੀ ਜਾਣ ਤੋਂ ਕੈਸੋ ਕਹਿੰਦਾ ਮੈਂ ਯਾਰ ਥੱਕ ਗਿਆ। ਫਿਰ ਜਿੰਨੇ ਬੈਠੇ ਦੇਖੋ ਜਗਮੀਤ ਸਿੰਘ ਕਿੰਨੇ ਸਿਆਣੇ ਕਿੰਨੇ ਸਮਝਦਾਰ ਹੈ। ਇਹ ਤਾਂ ਕਮੇਟੀ ਵਾਲੇ ਇੱਧਰ ਬੀਬਾ ਜੀ ਕਿੰਨੇ ਪੁਰਾਣੇ ਗਾਹਾਂ ਬੈਠੇ ਸਾਰੇ ਦੇਖੋ। ਚੀਮਾ ਸਾਹਿਬ ਹੈ ਸਾਡੇ ਰੋਜ਼ ਦੇ ਜਿਹੜੇ ਸਪੋਕਸਮੈਨ ਹੈ, ਜਨਰਲ ਸਕੱਤਰ ਹੈ, ਅਤੇ ਆਪਣਾ ਗਾਬੜੀਆ ਸਾਹਿਬ, ਸਾਰਿਆਂ ਦਾ ਬੈਠਣ ਦਾ ਭਾਵ ਕੀ ਸੀ ਕਿ ਸਾਡੀ ਪਤਾ ਲੱਗੇ ਕਿ ਅਸੀਂ ਮੈਂ ਹੀ ਨਹੀਂ ਕਹਿ ਰਿਹਾ ਕਿ ਯੂਨੈਨਿਮਿਟੀ ਲੋਕਾਂ ਨੂੰ ਦਿਸੇ ਵੀ ਕਿ ਹਾਂ ਵਾਕਿਆ ਠੀਕ ਹੈ ਪਾਰਟੀ ਵਾਸਤੇ ਕੰਮ ਕਰਨਾ ਇੱਕ ਦਿਲ ਇੱਕ ਜਾਨ। ਮਨਪ੍ਰੀਤ ਇਆਲੀ ਨੇ ਜੋ ਸਵਾਲ ਉਠਾਏ ਉਹਨਾਂ ਨੇ ਰਾਸ਼ਟਰਪਤੀ ਲਈ ਵੋਟ ਤੱਕ ਨਹੀਂ ਕੀਤਾ। ਸੁਣੋ ਇਹਦਾ ਮੈਂ ਜਵਾਬ ਦਿੰਦਾ, ਹਰ ਗੱਲ ਦਾ ਕੋਈ ਅਸੀਂ ਕਿਤੇ ਲੁਕਾਉਂਦੇ ਨਹੀਂ। ਮੈਂ ਪੁੱਛਦਾ ਕਿ ਕੀ ਬਾਈਕਾਟ ਕਰਨਾ ਜਾਇਜ਼ ਸੀ ਜਾਂ ਵੋਟ ਪਾਉਣੀ ਜਾਇਜ਼ ਸੀ? ਅੱਜ ਤੱਕ ਬਾਈਕਾਟ ਨੂੰ ਨਹੀਂ ਦਿਆ ਗਿਆ, ਨੰਬਰ 1। ਨੰਬਰ 2, ਸਭ ਤੋਂ ਸਖਤ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਹੈ, ਉਹ ਵੋਟ ਪਾ ਕੇ ਆਏ ਹੈ। ਮੈਂ ਨਹੀਂ ਕਹਿੰਦਾ ਕਿਹਨੂੰ ਪਾਈ ਹੈ,
ਇੱਕ ਪਾਸੇ ਕਾਂਗਰਸ ਹੈ, ਉਦੋਂ ਵੱਡੀ ਬੁਰਾਈ ਹੈ, ਇਹਨੇ ਬਲੂ ਸਟਾਰ ਕੀਤਾ ਹੈ, ਜਿਹਨੇ ਸਾਰੇ ਅੱਜ ਤੱਕ ਅਸੀਂ 40 ਸਾਲ 50 ਸਾਲ ਦੇ ਲੜਦੇ ਹਾਂ। ਇੱਕ ਪਾਸੇ ਬੀਜੇਪੀ ਹੈ ਜਿਹਨੂੰ ਮਾੜੀ ਕਹਿੰਦੇ ਨੇ। ਫਿਰ ਦੱਸੋ, ਉਹਨਾਂ ਨੇ ਤਾਂ ਬਾਈਕਾਟ ਕੀਤਾ ਨਹੀਂ। ਇਸ ਕਰਕੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹਾਂਗਾ, ਉਹਨਾਂ ਦੀ ਸੋਚ ਹੈ। ਸਾਡਾ ਇੱਕ ਛੋਟਾ ਭਰਾ ਹੈ, ਬੱਚਾ ਹੈ, ਕਾਬਲ ਹੈ, ਅਸੀਂ ਉਹਦੀ ਇੱਜ਼ਤ ਕਰਦੇ ਹਾਂ। ਜੇ ਉਹਨੇ ਕਹੇ ਤਾਂ ਕੋਈ ਗੱਲ ਨਹੀਂ, ਕਈ ਵਾਰੀ ਪਤਾ ਨਹੀਂ ਕਿਸ ਹਾਲਾਤ 'ਚ ਇੱਕ ਮਿੰਟ ਜੋ ਮੈਂ ਕਲੀਅਰ ਕਰ ਹਾਏ ਉਹਨਾਂ ਦੀ ਇੰਡੀਵਿਜੂਅਲ ਰਾਏ, ਹਾਏ ਉਹਨਾਂ ਦੀ ਇੰਡੀਵਿਜੂਅਲ ਰਾਏ। ਸਭ ਤੋਂ ਪਹਿਲਾਂ ਤੇ ਜਿਹੜਾ ਤੁਸੀਂ ਇਹ ਆਲੀ ਸਾਹਿਬ ਬਾਰੇ ਸਵਾਲ ਕੀਤਾ ਹੈ, ਆ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਕਮੇਟੀ ਨੇ, ਉਹ 13 ਮੈਂਬਰੀ ਸੀ, ਉਹਦੇ ਵਿੱਚ ਇਹ ਆਲੀ ਸਾਹਿਬ ਵੀ ਮੈਂਬਰ ਸੀ। ਉਹਨਾਂ ਨੇ ਵੀ ਇਹਦੇ ਉੱਤੇ ਕੱਲੇ ਅੱਖਰ ਤੇ, ਇਕੱਲੇ ਨੁਕਤੇ ਤੇ ਨਹੀਂ ਮੈਂ ਕਹਿੰਦਾ, ਇਕੱਲੇ ਪੁਆਇੰਟ ਤੇ ਨਹੀਂ, ਕੱਲੀ ਕਿਸੇ ਲਾਈਨ ਤੇ ਨਹੀਂ, ਕੱਲੇ ਸ਼ਬਦ ਦੇ ਉੱਤੇ ਉਹਨਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ ਔਰ ਇਹ ਸਰਬਸੰਮਤੀ ਦੇ ਨਾਲ ਰਿਪੋਰਟ ਪੇਸ਼ ਹੋਈ ਹੈ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਝੁੰਦਾ ਸਾਹਿਬ, ਮੈਂ ਜਾਂ ਜਿਹੜੇ ਬਾਕੀ ਇਸ ਕਮੇਟੀ ਦੇ ਮੈਂਬਰ ਸਾਹਿਬਾਨ ਹੈ, ਕਿ ਅਸੀਂ ਜੋ ਵਰਕਰਾਂ ਦੀਆਂ ਭਾਵਨਾਵਾਂ ਸੀ ਉਹਨਾਂ ਦੀ ਸਹੀ ਤਰਜਮਾਨੀ ਕਰਦਿਆਂ ਹੋਇਆਂ ਜੋ ਅਸੀਂ ਸ਼ਬਦੀ ਰੂਪ ਦਿੱਤਾ ਆ, ਉਹਨੂੰ ਅੱਜ ਜਿਹੜੀ ਕੋਰ ਕਮੇਟੀ ਹੈ ਉਹਨੇ ਪ੍ਰਵਾਨ ਕੀਤਾ ਹੈ। ਔਰ ਜਿਸ ਤਰ੍ਹਾਂ ਝੁੰਦਾ ਸਾਹਿਬ ਨੇ ਵੀ ਜ਼ਿਕਰ ਕੀਤਾ ਆ ਕਿ ਜਿੱਥੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਸਮੇਂ ਹੋਏ ਕੰਮਾਂ ਦੀ ਸ਼ਲਾਘਾ ਕੀਤੀ ਗਈ, ਨਾਲ ਹੀ ਭਾਵੇਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਹੀ ਤੌਰ ਤੇ ਪੰਜਾਬ ਦੇ ਲੋਕਾਂ ਕੋਲੇ ਪ੍ਰਚਾਰ ਨਹੀਂ ਕਰ ਸਕਿਆ, ਪਰ ਨਾਲ ਹੀ ਜਿਹੜੀਆਂ ਕਮੀਆਂ ਸੀਗੀਆਂ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਅਸੀਂ ਕੱਲੀ ਕਮੀ ਵੀ ਜੋ ਉਹਨਾਂ ਨੇ ਸ਼ਬਦ ਬੋਲੇ ਸੀਗੇ, ਉਹ ਸ਼ਬਦ ਅਸੀਂ ਸਾਰੇ ਦੇ ਸਾਰੇ ਇਸ ਕਮੇਟੀ 'ਚ ਦਰਜ ਕੀਤੇ ਔਰ 42 ਪੁਆਇੰਟ ਜਿਹੜੇ ਨੇ 42 ਸੁਝਾਅ ਜਿਹੜੇ ਨੇ ਪਾਰਟੀ ਨੂੰ, ਜਿਹੜੇ ਥੱਲਿਓਂ ਵਰਕਰਾਂ ਵੱਲੋਂ ਆਏ ਨੇ, ਉਹ ਅੱਜ ਅਸੀਂ ਆਪਣੀ ਰਿਪੋਰਟ ਦੇ ਵਿੱਚ ਜਿਹੜੀ ਸਮੂਹ ਮੈਂਬਰ ਸਾਹਿਬਾਨ ਨੇ ਕਈ ਨੁਕਤਿਆਂ ਦੇ ਉੱਤੇ, ਕਈ ਪੁਆਇੰਟਸ ਦੇ ਉੱਤੇ ਸਾਨੂੰ 2-2 3-3 ਮੀਟਿੰਗਾਂ ਕਰਨੀਆਂ ਪਈਆਂ ਨੇ। ਕੁਝ ਸੀਗੇ ਜਿਹੜੇ ਯਕਦਮ ਇੱਕ ਦੂਜੀ ਦੀ ਸਹਿਮਤੀ ਨਾਲ ਪਾਸ ਹੋ ਜਾਂਦੇ ਸੀ। ਇੱਕ ਵੀ ਪੁਆਇੰਟ ਜਿਹੜਾ ਆ ਆਪਸੀ ਡਿਸਕਸ਼ਨ, ਆਪਸੀ ਸਹਿਮਤੀ ਤੋਂ ਬਿਨਾ ਜਿਹੜਾ ਜਿੱਥੇ ਜਦ ਤੱਕ ਸਰਬਸੰਮਤੀ ਨਹੀਂ ਬਣ ਗਈ ਉਹਨਾਂ ਚਿਰ ਤੱਕ ਇਹਦੇ ਰਿਪੋਰਟ ਦੇ ਵਿੱਚ ਦਰਜ ਨਹੀਂ ਕੀਤਾ ਗਿਆ। ਔਰ ਸਰਦਾਰ ਮਨਪ੍ਰੀਤ ਸਿੰਘ ਯਾਲੀ ਜਿਹੜੇ ਬਹੁਤ ਹੀ ਸਾਡੇ ਸਤਿਕਾਰਯੋਗ ਨੇ, ਜਿਨ੍ਹਾਂ ਨੂੰ ਅੱਜ ਮਾਣ ਹਾਸਲ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਦੇ ਵਿੱਚ ਗਰੁੱਪ ਲੀਡਰ ਨੇ ਔਰ ਜਿਨ੍ਹਾਂ ਦੇ ਕਾਬਲੀਅਤ ਤੇ ਜਿਨ੍ਹਾਂ ਦੇ ਹਰਮਨ ਪਿਆਰਤਾ ਉੱਤੇ ਸਾਨੂੰ ਵੀ ਮਾਣ ਹੈ। ਉਹਨਾਂ ਨੇ ਜੇ ਕੋਈ ਇੰਡੀਵਿਜੂਅਲ ਲਾਭ ਦੇ ਕੋਈ ਸ਼ਬਦਾਂ ਦਾ ਪ੍ਰਗਟਾਵਾ ਕੀਤਾ, ਉਹਨਾਂ ਦੀ ਭਾਵਨਾ ਹੋ ਸਕਦੀ ਹੈ, ਪਰ ਜੋ ਕਿਉਂਕਿ ਪਾਰਟੀ ਦੀ ਬਿਹਤਰੀ ਵਾਸਤੇ ਜਾਂ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਕਿਹੜੀ ਲਾਈਨ ਇਖਤਿਆਰ ਕਰਨੀ ਚਾਹੀਦੀ ਹੈ, ਕਿਹੜੀਆਂ ਕਮੀਆਂ ਸੀ ਸਾਨੂੰ ਦੂਰ ਕਰਕੇ ਚੱਲਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਸਾਨੂੰ ਸਿਸਟਮ ਚਾਹੀਦਾ ਆ, ਉਹ ਸਾਰਾ ਕੁਝ ਜਿਹੜਾ ਆ ਉਹ ਸਰਦਾਰ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੀ ਰਾਏ ਦੇ ਨਾਲ ਹੀ ਅਸੀਂ ਤਿਆਰ ਕਰਕੇ ਜਿਹੜੀ ਹੈ ਇਹ ਰਿਪੋਰਟ ਪੇਸ਼ ਕੀਤੀ ਹੈ। ਔਰ ਦੂਸਰੀ ਗੱਲ ਦੇਖੋ, ਤੁਹਾਡੇ ਤੋਂ ਬਾਹਲਿਆਂ ਨੂੰ ਨਹੀਂ ਪਤਾ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੁਸੀਂ ਕੇਵਲ ਕਿਤਾਬਾਂ 'ਚ ਪੜ੍ਹਿਆ ਹੋਣਾ। ਜਦੋਂ ਇਤਿਹਾਸ ਪੜ੍ਹੋਗੇ, ਜੇ ਪੰਜਾਬ ਵਾਸਤੇ ਕੋਈ ਲੜਿਆ ਆ, ਖੜਿਆ ਆ, ਡਟਿਆ ਆ, ਮੋਰਚੇ ਲਾਏ ਨੇ, ਕੁਰਬਾਨੀਆਂ ਦਿੱਤੀਆਂ ਨੇ, ਸ਼ਹੀਦੀਆਂ ਦਿੱਤੀਆਂ ਨੇ, ਜੇਲ੍ਹਾਂ ਕੱਟੀਆਂ ਨੇ, ਚਾਹੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਵਾਸਤੇ ਹੈ, ਪੰਜਾਬੀ ਸੂਬੇ ਵਾਸਤੇ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਾਸਤੇ ਹੈ, ਪੰਜਾਬ ਦੇ ਪਾਣੀਆਂ ਵਾਸਤੇ ਹੈ, SYL ਵਾਸਤੇ ਹੈ, ਜਾਂ ਹੋਰ ਵੀ ਜਿਹੜੇ ਮੁੱਦੇ ਨੇ ਉਹਨਾਂ ਵਾਸਤੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਲੜਿਆ ਹੈ। ਕੋਈ ਹੋਰ ਆ ਪਾਰਟੀ ਜਿਹੜੇ ਦਾਅਵੇ ਕਰਦੇ, ਵੱਡੇ ਇਨਕਲਾਬ ਦੇ ਦਾਅਵੇ ਕਰਦੇ ਹੈ, ਜਾਂ ਜਿਹੜੀਆਂ ਹੋਰ ਪਾਰਟੀਆਂ, ਚਾਹੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ, ਜਿਹਨੇ ਸਾਰੇ ਮੁੱਦੇ ਜਿਹੜੇ ਨੇ, ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ, ਉਹ ਕਾਂਗਰਸ ਦੀਆਂ ਪੈਦਾ ਕੀਤੀਆਂ ਹੋਈਆਂ ਨੇ, ਉਹ ਕਾਂਗਰਸ ਦੀਆਂ ਪੈਦਾ ਕੀਤੀਆਂ ਹੋਈਆਂ ਨੇ, ਇੰਦਰਾ ਗਾਂਧੀ ਦੀਆਂ ਪੈਦਾ ਕੀਤੀਆਂ ਹੋਈਆਂ ਨੇ, ਔਰ ਉਹਨਾਂ ਦੀ ਲੀਡਰਸ਼ਿਪ ਦੀਆਂ ਪੈਦਾ ਕੀਤੀਆਂ ਹੋਈਆਂ ਨੇ। ਜਿਹੜੇ ਪੰਜਾਬ 'ਚ ਕਮਜ਼ੋਰ ਮੁੱਖ ਮੰਤਰੀ ਹੁੰਦੇ ਸੀ, ਜਿਨ੍ਹਾਂ ਦੀ ਧੌਣ ਤੇ ਗੋਡਾ ਰੱਖ ਕੇ ਇੰਦਰਾ ਗਾਂਧੀ ਜਿਹੜੀਆਂ ਇੱਥੋਂ ਦੀਆਂ ਸਮੱਸਿਆਵਾਂ ਨੂੰ ਪੈਦਾ ਕਰਦੀ ਰਹੀ ਹੈ, ਪੰਜਾਬ ਦੇ ਹੱਕ ਖੋਹਦੀ ਰਹੀ ਹੈ, ਤੇ ਜੇ ਉਹਨਾਂ ਹੱਕਾਂ ਦੇ ਖੋਹਣ ਦੇ ਵਿਰੁੱਧ ਜੇ ਕੋਈ ਡਟਦਾ ਰਿਹਾ ਆ ਕਿ ਅਸੀਂ ਹੱਕ ਨਹੀਂ ਖੋਹਣ ਦੇਣੇ, ਭਾਵੇਂ ਕਿ ਜਿਹੜਾ 84 ਦੇ ਵਿੱਚ ਜੋ ਕੁਛ ਵਾਪਰਿਆ, ਉਹ ਹੱਕਾਂ ਲਈ ਲੜਦਿਆਂ ਹੋਇਆ ਉਸ ਜੱਦੋ-ਜਹਿਦ ਨੂੰ ਖਤਮ ਕਰਨ ਦੀ ਖਾਤਰੀ ਜਿਹੜਾ ਆ ਉਸ ਸਮੇਂ ਜਿਹੜਾ ਪੰਜਾਬ ਦੇ ਅੰਦਰ ਵਾਪਰਿਆ ਸੀਗਾ। ਇਸ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਮਝ ਲੱਗ ਪਿਆ ਕਿ ਠੀਕ ਹੈ ਕਿ ਵਾਹ ਵਰੋਲੇ ਆਉਂਦੇ ਰਹੇ, ਕਦੀ ਕੈਪਟਨ ਸਾਹਿਬ ਦਾ ਝੂਠ ਚੱਲ ਗਿਆ, ਸਹੁੰ ਚੱਲ ਗਈ, ਕਦੀ ਕੇਜਰੀਵਾਲ ਦਾ ਇੱਕ ਮੌਕਾ ਚੱਲ ਗਿਆ, ਬਦਲਾਅ ਚੱਲ ਗਿਆ, ਪਰ ਹੁਣ ਜਦੋਂ ਲੋਕ ਮਹਿਸੂਸ ਕਰਦੇ ਹੈ ਕਿ ਵਾਕਿਆ ਹੀ ਜੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ, ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਕਿਸੇ ਨੇ ਕੰਮ ਕੀਤਾ ਆ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਆ। ਔਰ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ
ਜੋ ਸ਼੍ਰੋਮਣੀ ਅਕਾਲੀ ਦਲ ਦਾ ਮੁੱਢਲਾ ਸਿਧਾਂਤ ਹੈ ਕਿ ਪੰਥਕ ਸੋਚ, ਭਾਵੇਂ ਭਾਈਚਾਰਕ ਸਾਂਝ, ਜਿਹੜੀ ਅਮਨ ਸ਼ਾਂਤੀ ਹੈ, ਡਿਵੈਲਪਮੈਂਟ ਹੈ, ਇਹ ਵੀ ਸਾਡਾ ਏਜੰਡਾ ਆ, ਰਹਿਣਾ ਚਾਹੀਦਾ ਆ। ਔਰ ਧਰਮ ਨਿਰਪੱਖਤਾ ਜਿਹੜੀ ਹੈ ਉਹਦੀ ਵੀ ਅਸੀਂ ਸਾਰੇ ਗੱਲ ਕਰਦੇ ਹਾਂ, ਹੋਣੀ ਵੀ ਚਾਹੀਦੀ ਹੈ, ਹਰ ਇੱਕ ਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਆ। ਪਰ ਜੋ ਕੁਝ ਵੀ ਸਾਨੂੰ ਕਰਨਾ ਚਾਹੀਦਾ ਪੰਜਾਬ ਵਾਸਤੇ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਆ ਔਰ ਅਸੀਂ ਕਰਦੇ ਰਵਾਂਗੇ। ਔਰ ਆਪਣੇ ਏਜੰਡੇ ਤੇ, ਆਪਣੇ ਅਕੀਦੇ ਤੇ, ਜਿਹੜੀ ਉਹ ਪੁਰਾਣੀ 1920 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਇਆ ਸੀ, ਉਸ ਅਕੀਦੇ ਨੂੰ ਲੈ ਕੇ, ਉਸ ਪੰਥਕ ਸੋਚ ਨੂੰ ਲੈ ਕੇ, ਉਸ ਪੰਥਕ ਜਜ਼ਬੇ ਨੂੰ ਲੈ ਕੇ, ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਦੀ ਉਸ ਸਮਰੱਥਾ ਤੇ ਸ਼ਕਤੀ ਨੂੰ ਲੈ ਕੇ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਅੱਗੇ ਵਧੂਗਾ। ਜਿਹੜੀਆਂ ਸਾਡੇ 'ਚ ਕਮੀਆਂ ਆਈਆਂ ਸੀਗੀਆਂ, ਕੋਈ ਢਿੱਲ ਆਈ ਸੀ, ਕਿਉਂਕਿ ਰਾਜਸੀ ਸੱਤਾ ਜਿਹੜੀ ਹੈ ਹਮੇਸ਼ਾ ਹੀ ਇਹ ਕਮਜ਼ੋਰੀਆਂ ਲਿਆਉਂਦੀ ਰਹੀ ਹੈ, ਪਰ ਉਹ ਨਹੀਂ ਸੀ ਆਉਣੀਆਂ ਚਾਹੀਦੀਆਂ। ਅਸੀਂ ਮਹਿਸੂਸ ਕਰਦੇ ਹਾਂ ਉਹ ਕਮਜ਼ੋਰੀਆਂ ਦੂਰ ਕਰਕੇ ਭੌਂ ਕੇ ਉਹੀ ਪੁਰਾਣਾ ਜਜ਼ਬਾ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਪੈਦਾ ਕੀਤਾ ਜਾਊ। ਜੋ ਮਨਸਾ ਤੇ ਉਹਨੂੰ ਪਾਰਟੀ ਡਿਸਪਲਿਨ ਦੇ ਨਜ਼ਰੀਏ ਕਿ ਜਦੋਂ ਅਕਾਲੀ ਦਲ ਰਾਜ ਸੀਗਾ ਉਦੋਂ ਬਹੁਤ ਸਾਰੀਆਂ ਗਲਤੀਆਂ, ਜੋ ਸਿੱਖ ਬੁੱਧੀਜੀਵੀ ਵੀ ਇਸ ਗੱਲ ਕਹਿੰਦੇ, ਜੋ ਪੰਜਾਬ 'ਚ ਚਰਚਾ ਹੋ ਰਹੀ ਹੈ ਕਿ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ, ਉਹਨਾਂ ਦੇ ਉੱਤੇ ਪਛਤਾਪ ਉਹ ਖੁੱਲ੍ਹ ਕੇ ਪੰਜਾਬੀਆਂ ਦੇ ਸਾਹਮਣੇ ਨਹੀਂ ਕੀਤਾ। ਕਿ ਕੋਰ ਕਮੇਟੀ 'ਚ ਉਹ ਗਲਤੀਆਂ ਦੇ ਉੱਤੇ ਪਛਤਾਪ ਹੋਇਆ, ਜਾਂ ਫਿਰ ਹੋਇਆ ਤਾਂ ਫਿਰ ਕੀ ਉਹ ਜਨਤਕ ਵੀ ਖੋਲ੍ਹ ਕੇ ਜਨਤਕ ਪਛਤਾਪ ਹੋਏਗਾ? ਉਹਦੇ 'ਚ ਬੇਨਤੀ ਇਹੀ ਹੈ ਕਿ ਜਿਹੜਾ ਲਫ਼ਜ਼ ਮੈਂ ਪਹਿਲਾਂ ਬੋਲੇ ਸੀ ਨਾ, ਉਹਨਾਂ ਦਾ ਅਰਥ ਸਾਰਿਆਂ ਦਾ ਇਹੀ ਸੀ ਕਿ ਜਿੰਨਾ ਵੀ ਕੋਈ ਕਮੀਆਂ ਉਹ ਵੀ ਇਹਦੇ 'ਚ ਦਰਜ ਕੀਤੀਆਂ, ਜਿੰਨੇ ਚੰਗੇ ਕੰਮ ਹੈ, ਗਲਤੀਆਂ, ਕਮੀਆਂ ਦਾ ਲਫ਼ਜ਼ ਮਤਲਬ ਗਲਤੀਆਂ ਹੀ, ਕਮੀਆਂ ਦਾ ਮਤਲਬ ਕੋਈ ਕੰਮ ਕਰਦੇ ਤਾਂ ਕੋਈ ਕਮੀ ਰਹਿ ਜਾਣੀ, ਗਲਤੀ ਹੋ ਜਾਣੀ। 7 ਗਲਤੀ ਨੂੰ ਕਮੀ ਵੀ ਕਿਹਾ ਜਾ ਸਕਦਾ, ਗਲਤੀ ਵੀ ਕਿਹਾ ਜਾ ਸਕਦਾ। 7 ਗਲਤੀ ਥੋੜ੍ਹੀ ਵੱਖਰੀ ਹੁੰਦੀ ਹੈ। ਨੋਇੰਗ ਗਲਤੀ, ਬਲੂ ਸਟਾਰ ਕੀਤਾ, ਨੋਇੰਗ ਸੀ, ਵੱਖਰਾ ਹੈ। ਲੇਕਿਨ ਵੈਸੇ ਜੇ ਕੋਈ ਗੱਲ ਹੋ ਜਾਏ ਉਹ ਉੱਥੋਂ ਵੱਖਰੀ ਹੁੰਦੀ ਹੈ। ਜਿਵੇਂ ਹੁਣ ਮੈਂ ਹੈਰਾਨ ਆ ਉਹ ਲੋਕ ਸਾਡੇ ਨੁਕਤਾਚੀਨੀ ਕਰਦੇ ਜਿਨ੍ਹਾਂ ਨੇ ਬਲੂ ਸਟਾਰ ਕੀਤੇ, ਜਿਨ੍ਹਾਂ ਨੇ ਹਿੰਦੁਸਤਾਨ ਦੇ ਗੁਰਦੁਆਰੇ ਸਾੜੇ, ਜਿਨ੍ਹਾਂ ਨੇ ਘੱਟੋ ਘੱਟ ਸਾਰੇ ਹਿੰਦੁਸਤਾਨ 'ਚ ਸਿੱਖ, ਛੋਟੇ ਨਹੀਂ ਵੱਡੇ ਅਫਸਰਾਂ ਤੱਕ, ਜਰਨੈਲਾਂ ਤੱਕ ਮਾਰਨ ਦੀ ਗੈਨੀ ਜ਼ਹਿਰ ਤੋਂ ਅਟੈਕ ਹੋਇਆ ਸਿੱਖ ਹੋਣ ਦੇ ਨਾਤੇ, ਤੁਹਾਨੂੰ ਸਭ ਨੂੰ ਪਤਾ ਹੈ। ਅਗਲੀ ਗੱਲ, ਆਹ 6 ਮਹੀਨਿਆਂ ਦੀ ਗੱਲ ਨਹੀਂ, ਮੈਂ ਤੁਹਾਡੇ ਸਾਰਿਆਂ 'ਤੇ ਇੱਕ ਸਵਾਲ ਕਰਦੇ ਤੁਸੀਂ ਮੇਰੇ 'ਤੇ, ਮੈਂ ਵੀ ਕਰਦਾ। ਇੱਕ ਹੁੰਦਾ ਸਿੱਧਾ ਅਟੈਕ, ਇੱਕ ਹੁੰਦਾ ਗੁਰੀਲਾ ਅਟੈਕ। ਗੁਰੂ ਗ੍ਰੰਥ ਸਾਹਿਬ ਤੇ ਹਰਿਮੰਦਰ ਸਾਹਿਬ 'ਚ ਗੁਰੀਲਾ ਅਟੈਕ ਹੋਇਆ। ਸਿੱਧੇ ਅਟੈਕ ਕੀਤੇ ਮੁਗਲਾਂ ਨੇ, ਮੱਸੇ ਰੰਗੜ ਨੇ, ਅਬਦਾਲੀ ਨੇ, ਤੇ ਅੱਗੇ ਕੀਤਾ ਜਾ ਕੇ ਇੰਦਰਾ ਗਾਂਧੀ ਨੇ ਬਲੂ ਸਟਾਰ। ਗੁਰੀਲਾ ਅਟੈਕ ਹੋਇਆ ਹੁਣ 6 ਮਹੀਨੇ ਪਹਿਲਾਂ, ਜਿਹੜਾ ਬੰਦਾ ਅੰਦਰ ਸ੍ਰੀ ਸਾਹਿਬ ਚੱਕ ਕੇ ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਹਰਿਮੰਦਰ ਸਾਹਿਬ 'ਚ ਬਿਰਾਜਮਾਨ ਹੈ, ਜਿੱਥੇ ਸਵਾਏ ਪਾਠ ਦੇ ਹੋਰ ਕੁਝ ਹੁੰਦਾ ਹੀ ਨਹੀਂ, ਸਵਾਏ ਪਾਠ 24 ਘੰਟੇ, ਤੇ ਗੁਰੂ ਗ੍ਰੰਥ ਸਾਹਿਬ ਤੇ ਨਾਲ ਜਿਹੜਾ ਉਹ ਹੈੱਡ ਗ੍ਰੰਥੀ ਹੈ ਉਸ ਤੋਂ ਸੇਵਾਦਾਰ ਵੱਡਾ ਨਹੀਂ ਕੋਈ ਧਾਰਮਿਕ, ਉਹ 'ਤੇ ਹਮਲਾ ਹੋਣ ਲੱਗਿਆ ਸੀ। ਗੁਰੂ ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ, ਕੌਮ ਬਚ ਗਈ ਤੇ ਪੰਜਾਬ ਬਚ ਗਿਆ, ਦੇਸ਼ ਬਚ ਗਿਆ। ਅਗਰ ਉਹ ਤਲਵਾਰ ਵੱਜ ਜਾਂਦੀ ਗੁਰੂ ਗ੍ਰੰਥ ਸਾਹਿਬ ਦੇ ਜਾਂ ਸਿੰਘ ਸਾਹਿਬ ਦੇ, ਇਹ ਜੋ ਇਸ ਦੇਸ਼ ਦੇ ਹਾਲਾਤ, ਸਿੱਖ ਕੌਮ ਦਾ, ਪੰਜਾਬ ਦਾ, ਦੇਸ਼ ਦਾ ਹਾਲਾਤ ਤੇ ਦੁਨੀਆ 'ਚ ਬਣਨਾ ਸੀ, ਤੁਸੀਂ ਉਹਨੂੰ ਸੋਚ ਨਹੀਂ ਸਕਦੇ। ਉਹ ਬੰਦਾ ਫੜ ਲਿਆ, ਫੜ ਕੇ ਬੰਦਾ ਸੰਗਤ ਨੇ ਮਾਰਤਾ। ਅਸੀਂ ਆਖਿਆ ਇਹਨੂੰ ਦੇਤਾ ਪੁਲਿਸ ਨੂੰ ਵੀ ਇਹਦਾ DNA ਟੈਸਟ ਕਰੋ, ਦੱਸੋ ਇਹਦੀ ਪਿੱਛੇ ਰਿਪੋਰਟ ਕੀ ਹੈ। ਕੋਈ ਬੋਲਿਆ ਅਜੇ ਤੱਕ? ਜਿਹੜੇ ਸਾਡੇ 'ਤੇ ਅਟੈਕ ਕਰਦੇ ਨੇ, ਕਿਸੇ ਨੇ ਆਖਿਆ ਗੁਰੀਲਾ ਅਟੈਕ ਹੋਇਆ, ਇਹਦੇ ਕਾਰਨ ਲੱਭੋ। ਕੋਈ ਪ੍ਰੈਸ 'ਚ ਆਵੇ, ਕੋਈ ਜਿਹੜੇ ਲੋਕ ਨਾਅਰੇ ਪਾਉਂਦੇ ਨੇ ਅਸੀਂ ਵੱਡੇ ਸਿੱਖ ਹਾਂ, ਕੋਈ ਬੋਲਿਆ ਵੱਡਾ ਸਿੱਖ? ਕੋਈ ਵੱਡਾ ਹਿੰਦੁਸਤਾਨ ਦਾ ਉਹ ਜਿਹੜੇ ਲੋਕ ਕਹਿੰਦੇ ਅਕਾਲੀ ਦਲ ਨੇ ਆਹ ਕਰਤਾ, ਕੋਈ ਬੋਲਿਆ? ਮੈਂ ਹੈਰਾਨ ਆ ਕਿ ਇਹੀ ਪੁਆਇੰਟ ਹੈ। ਮੈਂ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਭਲੇ ਵਾਸਤੇ, ਦੇਸ਼ ਦੇ ਵਾਸਤੇ, ਅਕਾਲੀ ਦਲ ਨੂੰ ਮਾਰਨ ਵਾਲੇ ਗੁਰੂ ਕਿਰਪਾ ਕਰੋ ਮਰ ਜਾਣਗੇ। ਅਸੀਂ ਨਹੀਂ ਕਹਿੰਦੇ ਇਕੱਲੀ ਅਸੀਂ ਬਚਾਵਾਂਗੇ, ਗੁਰੂ ਬਚਾਓ ਪੰਥ ਨੂੰ। ਬਹੁਤ ਲੋਕ ਬਹਾਦਰ ਨੇ, ਅੱਜ ਵੀ ਓਡੇ ਓਡੇ ਬਹਾਦਰ ਨੇ, ਅਸੀਂ ਨਹੀਂ ਕਹਿੰਦੇ ਅਸੀਂ ਹਾਂ। ਅਸੀਂ ਤਾਂ ਜਿਹੇ ਟੁੱਟੇ ਫੁੱਟੇ ਸੇਵਾਦਾਰ ਆ, ਜਿੰਨੇ ਖੁੰਦੇ ਕਰਾਂਗੇ। ਲੇਕਿਨ ਕੌਮ 'ਚ ਹਮੇਸ਼ਾ ਉਹ ਲੋਕ ਰਹਿੰਦੇ ਨਹੀਂ, ਹਮੇਸ਼ਾ ਲੱਖਾਂ ਨਹੀਂ ਹੁੰਦੇ, ਉਹ ਚੰਦ ਹੁੰਦੇ। ਇਸ ਕਰਕੇ ਇਸ ਨੂੰ ਕੋਈ ਮਾਰ ਨਹੀਂ ਸਕਦਾ। ਜਿਹੜੀਆਂ ਸਾਜ਼ਿਸ਼ਾਂ ਇਹਨਾਂ ਦਾ ਅਫਸੋਸ ਹੈ ਕਿ ਕੋਈ ਨੋਟਿਸ ਹੀ ਨਹੀਂ ਲੈ ਰਿਹਾ। ਸਾਡੇ ਤੇ ਨਿੱਕੀ ਨਿੱਕੀ ਗੱਲ ਦਾ ਸਵਾਲ ਕਰਦੇ ਨੇ ਜੀ, ਆਹ ਹੋਇਆ ਹੋਇਆ। ਮੈਨੂੰ ਦੱਸੋ, ਮੈਨੂੰ ਇਹਦਾ ਦੱਸੋ ਕਿ ਗੁਰੀਲਾ ਅਟੈਕ ਸੀ ਕਿ ਨਾ ਸੀ। ਜੇ ਅਸੀਂ ਮੈਂ ਗਲਤ ਹਾਂ, ਮੇਰੇ ਸਵਾਲ ਕਰਦੇ ਕਿ ਤੂੰ ਗਲਤ ਕਰਦਾ ਕੋਈ, ਚੁੱਪ ਕਰਕੇ ਫਿਰ ਅਗਲੀ ਗੱਲ ਸੁਣੋ। 3 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਗੁੰਮ ਹੋਇਆ, ਪਟਿਆਲੇ ਤੋਂ 10 ਕਿਲੋਮੀਟਰ ਤੇ ਕੀ ਪਿੰਡ ਦਾ ਨਾਮ? ਕਲਿਆਣ, ਜਿਹੜਾ ਸਭ ਤੋਂ ਪਵਿੱਤਰ ਸਥਾਨ ਹੈ। ਮਹਾਰਾਜਾ ਅਮਰਿੰਦਰ ਸਿੰਘ ਵੇਲੇ ਹੋਇਆ, ਜੋ ਚੀਫ ਮਿਨਿਸਟਰ ਸੀ। ਕਿਸੇ ਨੂੰ ਪਤਾ ਹੈ ਕਿੱਧਰ ਗਏ? ਕਿੱਧਰ ਗਏ ਉਹ ਸਿੱਖ ਜਿਹੜੇ ਵੱਡੇ ਕੱਟੜ ਸਿੱਖ ਨੇ?
ਇੱਕ ਨਹੀਂ ਅਨੇਕਾਂ ਘਟਨਾਵਾਂ ਦੱਸ ਸਕਦਾ ਭਾਈ। ਇਹ ਤਾਂ ਸਿੱਖ ਧਰਮ ਨੂੰ ਕਮਜ਼ੋਰ ਕਰਨ ਵਾਸਤੇ, ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ, ਜਿਹੜੀ SGPC ਵਾਸਤੇ ਦੁਨੀਆ ਤੋਂ ਵੱਡੀ ਕੁਰਬਾਨੀ ਸਾਡੇ ਬਜ਼ੁਰਗਾਂ ਨੇ ਕੀਤੀ ਸੀ। 150 ਬੰਦਾ ਇੱਕ ਦਿਨ ਸ਼ਹੀਦ ਹੋਇਆ ਸੀ ਔਰ ਕੇਸਾਂ ਤੋਂ ਬੰਨ੍ਹ ਕੇ ਜਨਰਲ ਜਿਉਂਦੇ ਸਾੜੇ ਗਏ ਸੀ ਤੇ 12-12 ਸਾਲ ਦੇ ਬੱਚੇ ਮਾਰੇ ਗਏ ਸੀ, ਫਾਂਸੀਆਂ ਤੇ ਚੜ੍ਹੇ ਸੀ। ਬੀਬੀਆਂ ਕੁੱਛੜ ਜਵਾਗ ਚੱਕ ਕੇ ਸ਼ਹੀਦ ਹੋਈਆਂ ਸੀ, ਉਹਦੇ ਤੇ ਕੱਫਣ ਪਾ ਕੇ ਅੱਗੇ ਤੁਰ ਪੈਂਦੀਆਂ ਸੀ। ਤਾਂ ਅੰਗਰੇਜ਼ ਹਰਿਆ ਸੀ ਤੇ ਪਹਿਲੀ ਵਾਰ ਦੁਨੀਆ ਜਦੋਂ ਸੂਰ ਛਿਪਦਾ ਨਹੀਂ ਸੀ, ਅੰਗਰੇਜ਼ ਸਾਡੇ ਬਜ਼ੁਰਗਾਂ ਨੇ ਹਰਾਇਆ ਸੀ, ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ। ਉਸ ਕੌਮ ਨੂੰ ਮਾਰਨ ਨੂੰ ਫਿਰਦੇ ਨੇ, ਲੇਕਿਨ ਨਹੀਂ ਮਰੂਗੀ ਕੌਮ, ਗੁਰੂ ਨਾਲ ਹੈ। ਜ਼ਿਕਰ ਕੀਤਾ, ਬੇਅਦਬੀਆਂ ਦਾ ਜ਼ਿਕਰ ਕੀਤਾ, ਬਹੁਤ ਸਾਰੀ ਪੰਜਾਬੀ ਘਟਨਾਵਾਂ ਦਾ ਜ਼ਿਕਰ ਕੀਤਾ। ਅਕਾਲੀ ਦਲ ਦੇ ਖਿਲਾਫ ਤੁਸੀਂ ਕਿਹਾ ਕਿ ਸਾਜ਼ਿਸ਼ ਰਚੀ ਗਈ। ਇਹ ਸਾਜ਼ਿਸ਼ ਕਿਉਂ ਰਚੀ ਗਈ? ਸਾਜ਼ਿਸ਼ ਰਚਣ ਵਾਲੇ ਕੌਣ ਸੀ? ਅਕਾਲੀ ਦਲ ਨੇ ਸਮੇਂ-ਸਮੇਂ ਨਾਲ ਇਹ ਸਾਜ਼ਿਸ਼ ਕਿਉਂ ਨਹੀਂ ਦੱਸੀ ਕਿ ਸਾਡੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ? ਤੁਹਾਡੀ ਗੱਲ ਲੋਕਾਂ ਨੇ ਕਿਉਂ ਨਹੀਂ ਸੁਣੀ ਔਰ ਦੂਸਰੀਆਂ ਗੱਲਾਂ ਕਿਉਂ ਨਹੀਂ ਜਨਤਕ ਹੋਈਆਂ? ਇਹੀ ਤਾਂ ਮੈਂ ਸਵਾਲ ਕਰਦਾ ਤੁਹਾਡੇ ਤੇ। ਇਹ ਤੁਸੀਂ ਨਾ ਕਰੋ, ਇਹੀ ਤਾਂ ਮੈਂ ਸਵਾਲ ਕਰਦਾ ਕਿ ਅਸੀਂ ਕਹਿੰਦੇ ਆ ਫੜਾਇਆ ਨਹੀਂ ਬੰਦਾ, ਅਸੀਂ ਦਿੱਤਾ ਨਹੀਂ ਹਰਮੰਦਰ ਕਰੋ DNA ਟੈਸਟ, ਬੋਲੇ ਨਹੀਂ ਅਸੀਂ ਕਲਿਆਣ ਦਾ ਅਸੀਂ ਨਹੀਂ ਲਾਇਆ ਤੇ ਅਸੀਂ ਵੀ ਨੇ ਧਰਨਾ, ਬਾਕੀ ਕਿੱਧਰ ਗਏ? ਇਹੀ ਤਾਂ ਅਸੀਂ ਕਹਿੰਦੇ ਆ ਕਿ ਅਕਾਲੀ ਦਲ ਨੂੰ ਮਾਰਨ ਵਾਸਤੇ ਸਾਰੇ ਇਕੱਠੇ ਨੇ, ਲੇਕਿਨ ਜਦੋਂ ਬਾਹਰ ਹੁੰਦਾ ਕੋਈ ਸਵਾਲ ਹੋਈ ਅਕਾਲੀ ਦਲ ਇਹ ਸਾਜ਼ਿਸ਼ ਜਿਹੜੀ ਰਚੀ ਗਈ ਉਹ ਕਿਉਂ ਨਹੀਂ ਸਮਝ ਪਾਇਆ? ਕਿਉਂ ਬਹੁਤ ਵੱਡਾ ਮੈਂ ਦੱਸਦਾ ਕਿਉਂ ਨਹੀਂ ਸਮਝ ਪਾਇਆ, ਮੈਂ ਸਮਝਦਾ ਕਿਉਂ ਨਹੀਂ ਸਮਝ। ਬਹਾਦਰਾਂ ਨੂੰ ਕਦੇ ਕਦਰ ਨਹੀਂ ਹੁੰਦੀ, ਬਹਾਦਰਾਂ ਦੀ ਬਾਅਦ 'ਚ ਕਦਰ ਹੁੰਦੀ। ਜੋ ਸ਼ਹੀਦ ਲੋਕ ਹੈ ਮੌਕੇ 'ਤੇ ਉਹਨੂੰ ਸ਼ਹੀਦ, ਨਾ ਕਦੇ ਕਿਸੇ ਨੇ ਮੌਕੇ 'ਤੇ ਊਧਮ ਸਿੰਘ ਨੂੰ ਸ਼ਹੀਦ ਕਿਹਾ, ਨਾ ਕਿਸੇ ਨੇ ਗਦਰੀ ਬਾਬਿਆਂ ਨੂੰ ਮੌਕੇ 'ਤੇ ਸ਼ਹੀਦ ਕਿਹਾ, ਗਦਾਰ ਕਹਿੰਦੇ ਸੀ, ਨਾ ਕਿਸੇ ਨੇ ਸਰਦਾਰ ਭਗਤ ਸਿੰਘ ਨੂੰ ਮੌਕੇ 'ਤੇ ਕਿਹਾ। ਇਹ ਸਭ ਉਸ ਵੇਲੇ ਭਗਤ ਸਿੰਘ, ਸੁਭਾਸ਼ ਚੰਦਰ ਬੋਸ ਨੂੰ ਕਿਸੇ ਨੇ ਮੰਨਿਆ ਅੱਜ ਤੱਕ? ਇਸ ਕਰਕੇ ਹਮੇਸ਼ਾ ਜੋ ਬਹਾਦਰ ਲੋਕ ਆ, ਕੁਰਬਾਨੀਆਂ ਵਾਲੇ, ਉਹਨਾਂ ਦੀ ਕਦਰ ਇਤਿਹਾਸ ਕਰਦਾ ਹੈ, ਉਹਨਾਂ ਦੀ ਕਦਰ ਉਸ ਮੌਕੇ ਦੇ ਲੋਕ ਨਹੀਂ ਕਰਦੇ। ਭਗਤ ਸਿੰਘ ਦਾ ਨਾਮ ਦਿੱਤਾ, ਭਗਤ ਸਿੰਘ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ, ਤੁਸੀਂ ਵੀ ਉਹਦੇ ਕਿਤੇ ਹੈਗੇ ਉਸ ਨੂੰ ਕਿੱਦਾਂ ਦੇਖਦੇ ਹੋ? ਉਸ ਬਿਆਨ ਨੂੰ ਕਿੱਦਾਂ ਵੇਖਦੇ ਹੋ? ਬਰਾੜ ਸਾਹਿਬ ਨੂੰ ਕਰ ਲੈਣਾ। ਬਰਾੜ ਸਾਹਿਬ ਦੇਣਗੇ ਜਵਾਬ। ਮੈਂ ਤਾਂ ਇੰਨਾ ਕਹਿ ਦੇਣਾ ਕਿ ਬਿਲਕੁਲ ਪਾਰਟੀ ਸਹਿਮਤ ਨਹੀਂ ਉਹਦੇ ਨਾਲ, ਉਹਦੇ ਲਈ ਜਿਸ ਅਗਲੇ ਪੂਰੀ ਗੱਲ ਬਰਾੜ ਸਾਹਿਬ ਕਰਦੇ। वैसे तो सेक्रेटरी जनरल साहब भूदल साहब धर्मेंद्र सिंह जी और सीनियर लीडरशिप मौजूद है और मोटे तौर पर झुंडा कमेटी सरपाल सिंह और बिरसा सिंह जी ਉਹਦੇ बारे प्रश्न हुए हैं, पर क्योंकि सत्कारयोग पत्रकार साहब ने जिस बयान ने करोड़ों लोगों के दिलों को बलूंदरिया है और मैं समझदा कि दुनिया भर विच वसते हुए पंजाबी और सिख कौम और 7 लहरां दे जिहड़े वारिस है, जिहदे विच अकाली लहर, नामधारी लहर, गदरी बाबे, बब्बर अकाली और इत्थों तक कि अनेका जिहड़ियां किरती किसान लहरां दरिया गईयां। शहीदों की चिताओं पे हर वर्ष लगेंगे मेले, वतन पे मिटने वालों का यही बाकी निशान होगा। मेरा कहने तो भाव यह है कि श्रोमणी अकाली दल ने आज पॉलिसी के तौर पे जो बयानात शहीदे आजम के विरुद्ध दिते गए ने, श्रोमणी अकाली दल उन्होंने वरियाम शहीद मानता है और उन्हों दियां कुर्बानियां तो हमेशा हिंदुस्तान की वो नौजवान पीढ़ी, क्योंकि मैनू सारी नेशन च काम करने का मौका मिला है, केरला तो लैके साउथ तो लैके नॉर्थ ईस्ट तक शहीदे आजम दियां तस्वीरां लोगों के घरों में लगियां हुई हैं। इस करके श्रोमणी अकाली दल, मैं किसी व्यक्ति का नाम ले बिना इस पॉलिसी का धारनी है कि सानू हमेशा जदों दी ये शहादत हुई है, अकाली दल इन्हां दिनां नूं, इन्हां दिवसां नूं बहुत ही अकीदत नाल और श्रद्धा नाल मनाउंदा रहा है। श्रोमणी अकाली दल उन्हां नूं वरियाम शहीद मनदा है, पर नाल दी नाल जिहड़ी फैक्चुअल पोजीशन है कि पंजाब दियां इन्हां लहरां दे सारे शहीदां दी अजे तक भारत सरकार वल्लों एक प्रवानित शहीदां दी लिस्ट नहीं बनाई गई, जिहदे विच वो गदरी बाबे भी शामिल है जिन्हां ने अंडमान आइलैंड्स और जिन्हां ने बेड़ियां पापा और बर्त रख रख और लत्तों और अनेका जो कुर्बानियां करने वाले पकना साहब, उन्हां दा किसी दा भी नाम उन्हां शहीदां दी फहरिस्त विच नहीं। श्रोमणी अकाली दल भारत की सरकार को यह बेनती करेगा कि तुरंत प्रवानित शहीदां दी लिस्ट जिहड़ी है वो शाया की जाए। मेरा एक छोटा जिहा प्रश्न है कुंदर साहब, एक गल ऐड कर दो, उन्होंने जवाब सारा देता है। एक गल ऐड कर दो, देश की सरकार ने कोई लिस्ट नहीं बनाई, पर सरदार प्रकाश सिंह बादल की सरकार ने जंगे आजादी के विच उन्हां सारियां नूं जिन्ना उन्हां दा बनदा मान सम्मान सी
ਸਾਰੀਆਂ ਸੱਤਾਂ ਲਹਿਰਾਂ ਨੂੰ, ਸਾਰੇ ਸ਼ਹੀਦਾਂ ਨੂੰ, ਕਰਤਾਰਪੁਰ ਦੇ ਨਾਲ ਜਿਹੜਾ ਜੰਗੇ ਜਾਤੀ ਬਣਾਇਆ ਸਾਰੇ ਨੂੰ ਦਿੱਤਾ। ਤੁਸੀਂ ਨਾ ਇਹ ਕਿਹਾ ਕਿ ਜਿਹੜੀ ਸਮੀਖਿਆ ਕਮੇਟੀ ਦੀ ਰਿਪੋਰਟ ਹੈ ਤੇ ਝੁੰਡਾ ਸਾਹਿਬ ਨੇ ਵੀ ਕਿਹਾ ਵੀ ਕੋਰ ਕਮੇਟੀ ਨੇ ਪ੍ਰਵਾਨ ਕਰ ਲਈ ਹੈ। ਤੁਸੀਂ ਇਹੋ ਹੀ ਹੁਣੇ ਪਹਿਲਾਂ ਕਿਹਾ ਕਿ ਕੋਰ ਕਮੇਟੀ ਨੇ ਇਹਨਾਂ ਦੀ ਰਿਪੋਰਟ ਜਿਹੜੀ ਆ ਉਹ ਪ੍ਰਵਾਨ ਕਰ ਲਈ ਹੈ। ਦੂਸਰੇ ਪਾਸੇ ਤੁਸੀਂ ਨਾਲ ਇਹ ਕਹਿ ਰਹੇ ਹੋ ਕਿ ਜਿਹੜੇ ਸਾਰੇ ਅਧਿਕਾਰ ਨੇ ਇਹ ਪਾਰਟੀ ਪ੍ਰਧਾਨ ਨੂੰ ਦਿੱਤੇ ਗਏ। ਉਹ ਕਿਹੜੇ ਅਧਿਕਾਰ ਨੇ ਉਹ ਜੋ ਪ੍ਰਵਾਨ ਕਰ ਲਈ ਹੈ? ਪ੍ਰਵਾਨ ਦਾ ਇਹ ਹੈ ਕਿ ਜੋ ਇਹਨੂੰ ਐਜ ਇਟ ਇਜ਼ ਇਹਨੂੰ ਅਸੀਂ ਠੀਕ ਮੰਨ ਕੇ ਕਹੇ ਬਿਲਕੁਲ ਠੀਕ ਹੈ, ਪ੍ਰਵਾਨ ਉਹ ਕਮੇਟੀ ਵੱਲੋਂ ਹੋ ਗਈ। ਉਦੋਂ ਅੱਗੇ ਪ੍ਰਧਾਨ ਨੂੰ ਕਿਹਾ ਹੈ ਕਿ ਤੁਸੀਂ ਹੋਰ ਅਜੇ ਰਾਏ ਲਓ ਤਾਂ ਕਿ ਇਹਦੇ ਤੇ ਕੋਈ ਹੋਰ ਵਿਦਵਾਨਾਂ ਦੀ ਰਾਏ, ਸਿਆਣੇ ਬੰਦਿਆਂ ਦੀ ਰਾਏ, ਪਾਰਟੀ ਦੀ ਲੀਡਰਸ਼ਿਪ ਸਾਥੋਂ ਇਲਾਵਾ ਹੋਰ ਵੀ ਹੈ, ਸਭ ਦੀ ਲੈ ਕੇ ਜਾਂ ਕੋਈ ਨਵੇਂ ਸੁਝਾਅ ਲੈ ਕੇ ਤਾਂ ਉਹਨੂੰ ਜਦੋਂ ਪੂਰੀ ਇੰਪਲੀਮੈਂਟ ਕਰਨਾ ਫਿਰ ਉਸ ਤੋਂ ਬਾਅਦ ਫਿਰ ਕਮੇਟੀ ਨਹੀਂ ਜਦੋਂ ਅਸੀਂ ਮੰਨ ਹੀ ਲਿਆ ਐਡੀਸ਼ਨ ਦੀ ਸਿਰਫ ਇੱਕ ਆਮ ਵਰਕਰ ਦੀ ਕਨਵੈਂਸ ਸਾਰੀਆ ਡੈਮੋਕ੍ਰੇਸੀ ਦੇ ਵਿੱਚ ਇੱਕ ਪੁਰਾਣੀ ਪਾਰਟੀ ਹੈ, ਅਲੱਗ-ਅਲੱਗ ਪਾਰਟੀ ਦੇ ਅੱਜ ਕਮੇਟੀ ਨੇ ਕੀਤੀ ਪ੍ਰੋਸੀਜਰ ਜੋ ਫਾਰਮਲੀ ਸਾਰੀ ਵਰਕਿੰਗ ਕਮੇਟੀ ਹੈ ਜ਼ਿਲ੍ਹਾ ਜਥੇਦਾਰ ਦੀ और कई तरह की कंसल्टेशन फॉर्मल लोग करती है वो सारा करके सारी कमेटी दी प्रधान साहब की अगवाई दे विच जिहड़ी हुई है इक्को बात है कि जिंदियां बेस्ट तो बेस्ट चेंजेस हो सकती हैं सजेशन के मुताबिक। इस तो अलावा भी कोई बंद नहीं किया जो होर भी बेटर सजेशन देना चाहते तो पार्टी करने वास्ते तैयार कोर कमेटी इस करके ये नहीं होता कि जदों रिपोर्ट आती है एक डॉक्यूमेंट है उन्होंने मेहनत करके तैयार किया है, बार-बार पढ़िया जाऊगा, आगे ना भी डिस्कस किया जाऊगा, कोई नवे भी सजेशन होते हैं। सारा मकसद है कि जितना बैटर पार्टी को सारे समा ਅਸੀਂ ਆਪਣੀਆਂ ਕਮੀਆਂ ਵੀ ਦੂਰ ਕਰੀਏ, ਅੱਗੇ ਹੋਰ ਜਿਹੜੇ ਕੋਈ ਰੈਡੀਕਲ ਡਿਸੀਜਨ ਲੈਣੇ ਆ ਉਹ ਵੀ ਲਈਏ। ਇਸ ਕਰਕੇ ਪ੍ਰਧਾਨ ਸਾਹਿਬ ਜਿਹੜੇ ਹੈ ਸਾਰੇ ਫੋਰਮਾਂ ਤੇ ਗੱਲ ਕਰਕੇ ਤੇ ਛੇਤੀ ਜਿਹੜੀ ਹੈ ਵੱਡੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਉਹਨਾਂ ਨੇ ਇੱਕ ਮਿੰਟ ਜੀ ਮੇਰੀ ਗੱਲ ਸੁਣਿਆ ਇੱਕ ਮਿੰਟ ਜੀ ਇੱਕ ਮਿੰਟ ਪਲੀਜ਼ ਇੱਕ ਮਿੰਟ ਜਿੰਨਾ ਵੀ ਤੁਸੀਂ ਕੰਮ ਕੀਤਾ ਸੀ ਅੱਛਾ ਕੰਮ ਕੀਤਾ ਤੁਸੀਂ 10 ਸਾਲ ਕੀਤਾ ਸਾਡੀ ਨੈਗੇਟਿਵਿਟੀ ਪਿਛਲੇ ਇਲੈਕਸ਼ਨ ਦੇ ਵਿੱਚ ਜ਼ਿਆਦਾ ਸੀ ਮੰਨਦੇ ਹੋ? ਨਹੀਂ ਚੋਣਾਂ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਉਹਦੇ ਨਾਲ ਇਹ ਲਿੰਕ ਨਹੀਂ ਹੁੰਦਾ ਕਿ ਜੇ ਵੋਟਾਂ ਵੱਧ ਤੇ ਘੱਟ ਪੈ ਗਈਆਂ ਉਹਦੇ ਨਾਲ ਆਹ ਨੈਗੇਟਿਵ ਵੱਧਦਾ ਹੈ। ਕੋਈ ਇਹ ਗੱਲਾਂ ਨਹੀਂ, ਕੂੜ ਪ੍ਰਚਾਰ ਹੋਇਆ। ਅੱਜ ਜੋ ਵੀ ਗੱਲਾਂ ਸਾਡੇ ਖਿਲਾਫ ਜਾਂਦੇ 10 ਗੁਣਾ ਗੱਲਾਂ ਵੱਧ ਹੋ ਰਹੀਆਂ ਨੇ, ਉਹਨਾਂ 'ਚੋਂ ਮੈਨੂੰ ਇੱਕ ਹੀ ਦੱਸ ਦਿਓ ਕਿ ਸਾਥੋਂ ਕੋਈ ਚੰਗੀ ਗੱਲ ਜਿਹੜੀ ਸਾਨੂੰ ਮਾੜੀ ਕਹਿੰਦੇ ਤੇ ਇਹਨਾਂ ਨੇ ਚੰਗੀ ਕਰਤੀ, ਸੁਧਾਰਤੀ। ਪਹਿਲਾਂ ਤਾਂ ਇਹ ਦੱਸੋ, ਮੈਂ ਉਹ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਉਹਦੀ ਜਿਹੜੀ ਮੈਂ ਤੁਹਾਡੇ ਤੇ ਕਹਿਣਾ ਕਿ 1 ਮਹੀਨਾ ਹੋਇਆ ਸਰਕਾਰ ਬਣੀ ਨੂੰ 4 ਮਹੀਨੇ ਹੋਏ। ਸਰਕਾਰਾਂ ਬਣਨ ਤੋਂ ਬਾਅਦ ਪਹਿਲਾਂ 4 ਸਾਲ ਬਾਅਦ ਐਜੀਟੇਸ਼ਨਾਂ ਹੁੰਦੀਆਂ ਸੀ, ਫਿਰ 3 ਸਾਲ ਬਾਅਦ ਲੱਗ ਗਈਆਂ, ਫਿਰ 2 ਬਾਅਦ ਲੱਗ ਗਿਆ, ਹੁਣ ਤਾਂ 3 ਮਹੀਨਿਆਂ ਬਾਅਦ ਹੀ ਕੋਠਿਆਂ 'ਤੇ ਚੜ੍ਹਨ ਲੱਗ ਗਏ, ਕੰਧਾਂ 'ਤੇ ਚੜ੍ਹਨ ਲੱਗ ਗਏ। ਹੋ ਗਿਆ ਮਸਲੇ ਪੂਰੇ ਹੋ ਗਏ, ਸਾਰੇ ਜਿੰਨੇ ਵਾਅਦੇ ਕੀਤੇ ਸੀ ਗਰੰਟੀਆਂ ਪੂਰੀਆਂ। ਇਸ ਕਰਕੇ ਕਮੀਆਂ ਪੇਸ਼ੀਆਂ ਹਰ ਕੰਮ ਕਰਨ ਵਾਲੇ ਤੋਂ ਰਹਿ ਜਾਂਦੀਆਂ ਨੇ। ਇਹ ਕਮੀਆਂ ਪੇਸ਼ੀਆਂ ਦਾ ਮਤਲਬ ਇਹ ਨਹੀਂ ਕਿ ਅਸੀਂ ਬਹੁਤ ਵੱਡੇ ਗੁਨਾਹ ਕਰ ਲਏ। ਕੋਈ ਮੈਂ ਤਾਂ ਹੀ ਕਹਿਣਾ ਕਿ ਅਸੀਂ ਕੋਈ ਸਾਡੇ ਮਨ ਸਾਫ਼ ਨੇ ਕਿ ਸਾਥੋਂ ਕਮੀ ਜਾਣੇ ਅਣਜਾਣੇ ਰਹਿ ਗਈ ਹੋ। ਅਸੀਂ ਉਸ 'ਤੇ ਵੀ ਇਕੱਲੀ ਗੱਲ 'ਤੇ ਆਪਦੀ 'ਤੇ ਸੋਚ ਵਿਚਾਰ ਕਰਕੇ ਹਰ ਚੀਜ਼ ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਵੀ ਚੀਜ਼ ਕਰਨ ਨੂੰ ਤਿਆਰ ਹਾਂ, ਲੇਕਿਨ ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਵੱਡਾ ਜੀ ਬੱਜਰਾ ਹੋ ਗਿਆ ਇਹ ਨਹੀਂ, ਇਹ ਕੋਈ ਐਸੀ ਗੱਲ ਨਹੀਂ। ਸਾਹਿਬ ਇੱਕ ਆਤਾ ਹੈ ਸਵਾਲ ਹੈ, ਤੁਸੀਂ ਕਿਹਾ ਸੀ ਭਗਵੰਤ ਮਾਨ ਸਾਹਿਬ ਨੇ ਜਦੋਂ ਵਿਧਾਨ ਸਭਾ ਵਾਸਤੇ ਵੱਖਰੀ ਜ਼ਮੀਨ ਮੰਗੀ ਸੀ, ਅਕਾਲੀ ਦਲ ਨੇ ਕਿਹਾ ਸੀ ਮੋਰਚੇ ਲਾਵਾਂਗੇ, ਸੰਘਰਸ਼ ਕਰਾਂਗੇ, ਉਹ ਲੱਗਦੇ ਹੋਏ ਵਿਖਾਈ ਨਹੀਂ ਦਿੱਤੇ। 20 ਤਰੀਕ ਤੋਂ ਬਾਅਦ ਐਕਸ਼ਨ ਨਹੀਂ ਉਹ ਕਿਹਾ ਉਹਦੇ 'ਚ ਇਹ ਹੈਗਾ ਕਿ ਮਸਲੇ ਇੰਨੇ ਪੈਦਾ। ਅੱਜ ਤੁਹਾਨੂੰ ਪਤਾ ਹੈ ਕਿ ਨਵਾਂ ਹੋ ਗਿਆ ਡੈਮ ਸੇਫਟੀ ਬਿੱਲ ਲਿਆ ਰਹੇ, ਇਹ ਜਿਹੜਾ ਡੈਮ ਸੇਫਟੀ ਬਿੱਲ ਆ ਰਿਹਾ ਆਲ ਇੰਡੀਆ ਲੈਵਲ 'ਤੇ ਆ ਰਿਹਾ। ਇਹ ਬਿੱਲ ਦਾ ਮਤਲਬ ਕੀ ਹੈ? ਆ ਜਿਹੜਾ ਡੈਮਾਂ ਦਾ ਕੰਟਰੋਲ ਹੈ ਸੈਂਟਰ ਕੋਲੇ ਚਲੇ ਜਾਊਗਾ, ਜਿਹੜਾ ਭਾਖੜਾ ਮੈਨੇਜਮੈਂਟ ਹੈ ਸੈਂਟਰ ਕੋਲੇ ਚਲੇ ਜਾਊ, ਜਮੇ ਹੀ ਸਾਡੇ ਇਖਤਿਆਰ ਖੁੱਸ ਜਾਣਗੇ। ਇੱਕ ਮੇਰੀ ਬੇਨਤੀ, ਰਮਨ ਨੇ ਸਵਾਲ ਕੀਤਾ ਸੀਗਾ ਕਿ ਕੀ ਤੁਸੀਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਨਹੀਂ ਸਕੇ, ਤੇ ਬੇਨਤੀ ਇੰਨੀ ਕਹਿ ਕੇ ਤੁਸੀਂ ਵੀ ਦੇਖਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਸਭ ਤੋਂ ਵੱਧ ਕੂੜ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਰੁੱਧ ਕੀਤਾ ਗਿਆ। ਤੇ ਕਈ ਤੇ ਸਾਡੇ ਗੁੱਸਾ ਨਾ ਕਰਿਆ ਜੀ, ਇੱਥੇ ਵੀ ਜਿਹੜੇ ਸੱਜਣ ਬੈਠੇ ਆਏ ਇਹਨਾਂ ਨੇ ਵਾਵਾ ਰੋਲ ਨਿਭਾਇਆ।
ਉਹਦਾ ਕਾਰਨ ਤੁਹਾਨੂੰ ਪਤਾ ਹੋਊਗਾ, ਜਿਹੜੇ ਸੱਜਣੇ ਤੇ ਜਿਹਨੇ ਪਾਉਂਦੇ ਕਿ ਸਾਰੇ ਨਾ ਸਮਝਿਆ ਜੀ, ਉਹ ਰੋਲ ਨਿਭਾਇਆ। ਉਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਣੀ ਗੱਲ ਕਹਿੰਦਾ ਸੀ ਉਹ ਥੱਲੇ ਦੱਬ ਜਾਂਦੀ ਰਹੀ ਤੇ ਕੂੜ ਪ੍ਰਚਾਰ ਹਾਵੀ ਰਿਹਾ, ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਇਆ। ਇਸ ਗੱਲ ਤੋਂ ਤੁਸੀਂ ਇਨਕਾਰੀ ਨਹੀਂ ਹੋ ਸਕਦੇ। ਤੇ ਹੱਥ ਬਣ ਕੇ ਬੇਨਤੀ ਹੈ ਕਿ ਜਿਹੜੇ ਸੱਜਣ ਕੋਈ ਇਹੋ ਜਿਹੇ ਹੈਗੇ ਉਹ ਹੁਣ ਗਾਂ ਤੋਂ ਧਿਆਨ ਰੱਖਿਆ ਜੀ। ਦੂਜੀ ਗੱਲ ਜਿਹੜੀ ਹੈ, ਦੂਜੀ ਇੱਕ ਮਿੰਟ, ਇੱਕੋ ਸੈਕਿੰਡ ਦੇਖੋ, ਮੈਂ ਦੂਸਰੀ ਗੱਲ ਕਰਾਂਗਾ ਕਿ ਭਗਵੰਤ ਸਿੰਘ ਮਾਨ ਜੀ ਨੇ ਦੂਜਾ ਵਿਆਹ ਕਰਵਾਇਆ, ਜੰਮ ਕੇ ਕਰਵਾਉਣਾ, ਅਸੀਂ ਜੰਮ ਕੇ ਵਧਾਈਆਂ ਦਿੰਦੇ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਲਿਆਂਦਾ ਆਨੰਦ ਕਾਰਜਾਂ ਵਾਸਤੇ। ਜੋ ਉੱਥੇ ਬੇਅਦਬੀ ਹੋਈ, ਜਿਸ ਕਦਰ ਸਤਿਗੁਰਾਂ ਦਾ ਨਿਰਾਦਰ ਹੋਇਆ, ਤਲਾਸ਼ੀ ਹੋਈ, ਤੁਹਾਡੇ ਚੋਂ ਕਿੰਨਿਆਂ ਨੇ ਚਲਾਇਆ? ਕਿੰਨਿਆਂ ਨੇ ਚਲਾਇਆ? ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਅਜਿਹਾ ਕੁਝ ਵਾਪਰਿਆ ਹੁੰਦਾ ਤੇ ਮੇਰਾ ਖਿਆਲ ਤੁਹਾਡੇ ਚੋਂ ਬਾਲਿਆਂ ਨੇ ਨੇਰੀ ਲਿਆਉਣੀ ਸੀ। ਨਾ ਕਰਿਆ ਜੇ, ਅੱਜ ਸੱਚੀਆਂ ਚੱਲਣਗੀਆਂ। ਤੁਸੀਂ ਸਵਾਲ ਕਰਦੇ ਆ, ਤੁਹਾਨੂੰ ਮੈਂ ਸਵਾਲ ਕਰਦਾ ਆ। ਹੁਣ ਆ ਗਈ ਅੱਗੇ ਗੱਲ ਕਿ ਸ਼ਹੀਦ ਆਜਮ ਭਗਤ ਸਿੰਘ, ਜਿਨ੍ਹਾਂ ਦੀਆਂ ਅੱਜ ਵੀ ਪੰਥਕ ਸਟੇਜਾਂ ਤੇ ਢਾਡੀ ਸਿੰਘ ਤੇ ਕਵੀਸ਼ਰ ਸਿੰਘ ਵਾਰਾਂ ਗਾਉਂਦੇ ਆ। ਵਾਰਾਂ ਇਹ ਅੱਜ ਦੀਆਂ ਨਹੀਂ, ਮੇਰੇ ਜੰਮਣ ਤੋਂ ਪਹਿਲਾਂ ਦੀਆਂ ਗਾਉਂਦੇ ਆ। ਇਸ ਕਰਕੇ ਗਾਉਂਦੇ ਸੀ ਕਿਉਂਕਿ ਸਿੱਖੀ 'ਚ ਪ੍ਰਵਾਨ ਸੀ। ਤੇ ਇਹ ਨਹੀਂ ਕਿ ਸਰਦਾਰ ਸਿਮਰਜੀਤ ਸਿੰਘ ਦੇ ਮਾਣ ਦੇ ਨਾਨੇ ਵਾਂਗ ਜਿਹੜੇ ਰੂੜ ਸਿੰਘ ਸਰਬਰਾਹ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ 1914 'ਚ ਜਦੋਂ ਬਜਬਜ ਘਾਟ ਦਾ ਕਾਂਡ ਹੋਇਆ ਸੀਗਾ, ਤੇ ਬਜਬਜ ਘਾਟ ਦੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਤੇ ਉਹਨਾਂ ਨਾਲ ਜਿਹੜੇ ਹੋਰ 375 ਸਿੱਖ ਸੀਗੇ, ਪੰਜਾਬੀ ਸੀਗੇ, ਉਹਨਾਂ ਨੂੰ ਅਰੂੜ ਸਿੰਘ ਤੋਂ ਅੰਗਰੇਜ਼ਾਂ ਨੇ ਇਹ ਖਿਤਾਬ ਦਵਾਇਆ ਸੀ ਕਿ ਉਹ ਸਿੱਖ ਹੀ ਨਹੀਂ। ਉਹਨਾਂ ਵਿਰੁੱਧ ਹੁਕਮਨਾਮਾ ਜਾਰੀ ਕਰਵਾਇਆ ਸੀ, ਜਿਹੜਾ 1920 ਦੇ ਵਿੱਚ ਫਿਰ ਪੰਥ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠਿਆਂ ਹੋ ਕੇ ਤੇ ਰੂੜ ਸਿੰਘ ਨੂੰ ਲਾ ਕੇ ਤੇ ਆਪ ਉਥੇ ਗੁਰਮਤਾ ਪਾਸ ਕਰਕੇ ਉਹਨਾਂ ਸਿੱਖਾਂ ਨੂੰ ਗੁਰੂ ਦੇ ਅਨੰਦ ਸਿੱਖ ਤੇ ਅਰੂੜ ਸਿੰਘ ਨੂੰ ਕਿਹਾ ਸੀ ਕਿ ਇਹ ਸਿੱਖ ਹੀ ਨਹੀਂ। ਇਸ ਕਰਕੇ ਜਿਹੜਾ ਹੈ ਤੁਹਾਡੇ ਜੋ ਕੋਈ ਵੀ ਜਿਹੜਾ ਜਵਾਬ ਦੇ ਦਿਓ। ਅੱਜ ਕੈਬਨਿਟ ਮਿਨਿਸਟਰ ਨੇ ਟੂਰਿਜ਼ਮ ਡਿਪਾਰਟਮੈਂਟ ਦੇ ਜਿਹੜੇ ਅਨਮੋਲ ਗਗਨ ਮਾਨ ਅੰਮ੍ਰਿਤਸਰ ਪਹੁੰਚੇ ਸੀ, ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਇੱਥੇ ਕੁਝ ਨਹੀਂ ਕੀਤਾ ਸੀ। ਜਿੱਥੇ ਗੇੜੇ ਮਾਰਦੀ ਫਿਰਦੀ ਉਹੀ ਵਿਖਾ ਦੇਣਾ ਹੈ। ਜੇ ਉਹਨਾਂ ਨੂੰ ਹਲੇ ਵੀ ਅੱਖਾਂ ਤੇ ਪੱਟੀਆਂ ਬੰਨੀਆਂ ਫਿਰ ਉਹਦਾ ਕੋਈ ਹੱਲ ਨਹੀਂ ਹੈ ਜੀ। ਉਹ ਤਾਂ ਇੱਕ ਵਰਲਡ ਹੈਰੀਟੇਜ ਬਣੀ ਹੈ, ਜੇ ਉਹ ਪੈਦਲ ਜਾਂਦੇ ਪਤਾ ਲੱਗਦਾ। ਉਹ ਤਾਂ ਨਹੀਂ ਭਾਜੀ, ਤੁਸੀਂ ਦੇਖ ਕੇ ਸੋ ਤਸਵੀਰਾਂ ਚੰਡੀਗੜ੍ਹ ਤੋਂ ਨੇ, ਜਿੱਥੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੀਨੀਅਰ ਆਗੂ ਅਕਾਲੀ ਦਲ ਦੇ ਪ੍ਰੈਸ ਕਾਨਫਰੰਸ ਕਰਦੇ ਹੋਏ ਨਜ਼ਰ ਆਏ। ਖਾਸ ਤੌਰ ਤੇ 2022 ਵਿਧਾਨ ਸਭਾ ਨਤੀਜਿਆਂ ਦੇ ਮੰਥਨ ਲਈ ਬਣਾਈ ਗਈ ਇਕਬਾਲ ਸਿੰਘ ਝੁੰਦਾ ਕਮੇਟੀ ਉਤੇ ਉਹਨਾਂ ਦੇ ਵੱਲੋਂ ਚਰਚਾ ਕੀਤੀ ਗਈ। ਝੁੰਦਾ ਕਮੇਟੀ ਦੀ ਰਿਪੋਰਟ ਨੂੰ ਹੂਬਹੂ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ, ਬਕਾਇਦਾ ਕਹਿੰਦੇ ਹੋਏ ਨਜ਼ਰ ਆਏ ਨੇ। ਰਿਪੋਰਟ ਦੇ ਵਿੱਚ ਪਾਰਟੀ ਪ੍ਰਧਾਨ ਬਦਲੇ ਜਾਣ ਦੀ ਕੋਈ ਸਿਫਾਰਿਸ਼ ਨਹੀਂ ਹੈ, ਆਖਿਆ ਗਿਆ ਹੈ ਪ੍ਰੈਸ ਕਾਨਫਰੰਸ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਲਈ ਕੋਰ ਕਮੇਟੀ ਨੇ ਅਖਤਿਆਰ ਪਾਰਟੀ ਪ੍ਰਧਾਨ ਨੂੰ ਸੌਂਪੇ ਨੇ। ਭੂੰਦੜ ਦੇ ਵੱਲੋਂ ਆਖਿਆ ਗਿਆ ਕੋਰ ਕਮੇਟੀ ਦੇ ਵਿੱਚ ਹੋਰ ਚਰਚਾ ਤੋਂ ਬਾਅਦ ਜਲਦ ਜਨਤਕ ਕੀਤੀ ਜਾਵੇਗੀ ਝੁੰਦਾ ਰਿਪੋਰਟ। ਬਲਵਿੰਦਰ ਸਿੰਘ ਭੂੰਦੜੇ ਕਹਿੰਦੇ ਹੋਏ ਨਜ਼ਰ ਆਏ। ਸੋ ਖਾਸ ਤੌਰ ਤੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦੀ ਸਮੀਖਿਆ ਲਈ ਬਣਾਈ ਗਈ ਸੀ ਇਹ ਝੁੰਦਾ ਕਮੇਟੀ, ਜਿਸ ਉਤੇ ਮੰਥਨ ਹੋਇਆ, ਜਿਸ ਤੋਂ ਬਾਅਦ ਇਕਬਾਲ ਸਿੰਘ ਝੁੰਦਾ ਨੇ ਵੀ ਪਾਰਟੀ ਦਾ ਸਿਫਾਰਿਸ਼ਾਂ ਨੂੰ ਮੰਨਣ ਦਾ ਧੰਨਵਾਦ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਕੀਤੀ ਗਈ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਉਤੇ ਚਰਚਾ ਹੋਈ ਹੈ, ਜਿਸ ਬਾਰੇ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਫੈਸਲਾ ਜਲਦੀ ਹੀ ਜਨਤਕ ਕਰ ਦਿੱਤਾ ਜਾਵੇਗਾ। ਇਹ ਆਖਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵੱਲੋਂ। ਰਿਪੋਰਟ ਦੇ ਵਿੱਚ ਪਾਰਟੀ ਪ੍ਰਧਾਨ ਬਦਲੇ ਜਾਣ ਦੀ ਕੋਈ ਸਿਫਾਰਿਸ਼ ਨਹੀਂ ਹੈ। ਖਾਸ ਤੌਰ ਤੇ ਇਸ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਸਨ ਬਲਵਿੰਦਰ ਸਿੰਘ ਭੂੰਦੜ, ਕਹਿੰਦੇ ਹੋਏ ਨਜ਼ਰ ਆਏ ਕਿ ਇਸ ਕਮੇਟੀ ਦੇ ਵਿੱਚ ਸਿਫਾਰਿਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਪ੍ਰਧਾਨ ਬਦਲਣ ਦੀ ਕੋਈ ਵੀ ਗੱਲ ਨਹੀਂ ਹੈ। ਇਸ ਨੂੰ ਸਾਫ਼ ਤੌਰ ਤੇ ਸਪਸ਼ਟ ਕਰਦੇ ਹੋਇਆ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਬਲਵਿੰਦਰ ਸਿੰਘ ਭੂੰਦੜ। ਨਾਲ ਹੀ ਇਸ ਦੌਰਾਨ ਇਕਬਾਲ ਸਿੰਘ ਝੁੰਦਾ ਦੇ ਵੱਲੋਂ ਵੀ ਅਕਾਲੀ ਦਲ ਦਾ ਧੰਨਵਾਦ ਕੀਤਾ ਗਿਆ। ਸੁਣਾਉਂਦੇ ਹਾਂ ਕੀ ਕੁਝ ਹੋਰ ਉਹਨਾਂ ਦੇ ਵੱਲੋਂ ਕਿਹਾ ਗਿਆ। ਅੱਜ ਇਸ ਤੇ ਸਾਰੀ ਵਿਚਾਰ ਵਟਾਂਦਰਾ ਹੋਈ ਹੈ। ਸਭ ਤੋਂ ਪਹਿਲਾਂ ਤਾਂ ਸਾਰੀ ਕੋਰ ਕਮੇਟੀ ਬਹੁਤ ਜ਼ੋਰਦਾਰ ਲਫ਼ਜ਼ਾਂ 'ਚ ਇਹਦੀ ਸ਼ਲਾਘਾ ਕਰਦੀ ਹੈ ਕਿ ਸ਼ਾਬਾਸ਼, ਜਿਸ ਪਾਰਟੀ ਦੇ ਇੰਨੇ ਮਿਹਨਤੀ ਵਰਕਰ ਹੋਣ ਉਹ ਪਾਰਟੀ ਹਮੇਸ਼ਾ ਗੁਰੂ ਚੜ੍ਹਦੀ ਕਲਾ ਚਾਹੁੰਦਾ ਕਿ ਸਾਰੇ ਹਲਕਿਆਂ 'ਚ ਗਏ, ਜਿਹੜੇ ਕਿ ਆਮ ਤੌਰ 'ਤੇ ਅਜੇ ਤੱਕ ਬੰਦਾ ਸੁਸਤ ਹੋ ਜਾਂਦਾ, ਘੌਲ ਕਰ ਜਾਂਦਾ ਜਾਂ ਕਹਿੰਦਾ ਮੈਂ ਤਾਂ ਜਾ ਆਇਆ। ਕੱਲੇ ਹਲਕੇ 'ਚ ਗਏ, ਕੱਲੇ ਵਰਕਰ ਦੀ ਗੱਲ ਧਿਆਨ ਨਾਲ ਸੁਣੀ। ਉਹ ਜੋ ਸਾਰੇ ਵਰਕਰਾਂ ਦੀਆਂ ਪੰਜਾਬ ਦੇ ਦੀਆਂ ਜਾਂ ਸਿਆਣੇ ਜੋ ਕਰਾਂ ਇਹਨਾਂ ਨੂੰ ਸੁਜੈਸ਼ਨਾਂ ਦਿੱਤੀਆਂ ਜਾਂ ਹੋਰ ਇੰਟੈਲੀਜੈਂਸ ਨੇ ਦਿੱਤੀਆਂ, ਉਹ ਸਾਰੀਆਂ ਜੁਨੈਨੀ ਮਸਲੀ ਆਪਣੀ ਰਿਪੋਰਟ 'ਚ ਇਹਨਾਂ ਨੇ ਦਿੱਤੀਆਂ ਨੇ। ਉਹ ਰਿਪੋਰਟ ਦੀ ਤੇ ਇਹਨਾਂ ਦੀ ਅਸੀਂ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਕੋਰ ਕਮੇਟੀ ਵੱਲੋਂ, ਕਿਉਂਕਿ ਉਹ 'ਚ ਬਹੁਤ ਅੱਛੇ ਸੁਝਾਅ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ ਆਏ ਨੇ ਔਰ ਜੋ ਕਿਤੇ ਕਮੀ ਪੇਸ਼ੀ ਰਹੀ ਪਾਰਟੀ ਤੋਂ ਕੰਮ ਕਰਦਿਆਂ ਤਾਂ ਉਹ ਕਮੀਆਂ ਪੇਸ਼ੀਆਂ ਵੀ ਆਈਆਂ ਨੇ। ਅੱਜ ਕੋਰ ਕਮੇਟੀ ਦੇ ਵਿੱਚ
ਜੋ ਪ੍ਰਧਾਨਗੀ ਦੀ ਹਾਜ਼ਰੀ 'ਚ ਕੀਤੀ ਗਈ ਉਹ 'ਚ ਅਸੀਂ ਤਕਰੀਬਨ ਇਹਨਾਂ ਦੀ ਸ਼ਲਾਘਾ ਕਰਕੇ ਉਹ ਸਿਫਾਰਸ਼ਾਂ ਨੂੰ ਅਸੀਂ ਮੰਨਦੇ ਹਾਂ ਕਿ ਬਹੁਤ ਸਹੀ ਸਿਫਾਰਸ਼ਾਂ ਨੇ ਔਰ ਉਸ 'ਤੇ ਹੋਰ ਵਿਚਾਰ ਵਟਾਂਦਰਾ ਡੂੰਘੇ ਤਰੀਕੇ ਨਾਲ ਕਰਨ ਵਾਸਤੇ ਹੋਰ ਸਿਆਣੇ ਪਾਰਟੀ ਦੇ ਹਮਦਰਦ ਸਿਆਣਾ ਇੰਟੈਲੀਜੈਂਸੀਆ ਸਭ ਦੀ ਰਾਏ ਲੈਣ ਵਾਸਤੇ ਅੱਜ ਅਸੀਂ ਸਾਰਿਆਂ ਨੇ ਯੂਨੈਨਿਮਸਲੀ ਕਿਹਾ ਕਿ ਇਹਦੇ ਇਖਤਿਆਰ ਅੱਜ ਆਪਾਂ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੂੰ ਦਿੰਦੇ ਹਾਂ ਤਾਂ ਕਿ ਤੇ ਹੋਰ ਸੋਚ ਵਿਚਾਰ ਕਰਨ ਤੋਂ ਬਾਅਦ ਇਸ ਨੂੰ ਪੂਰੇ ਤੌਰ ਤੇ ਲਾਗੂ ਕਰਨ ਵਾਸਤੇ ਜਿਹਦੇ ਨਾਲ ਪਾਰਟੀ ਤਰੱਕੀ ਕਰੇ ਉਹ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਆਖਰੀ ਫੈਸਲਾ ਕਰੀਏ। ਸਾਰੀ ਰਿਪੋਰਟ ਕਿਉਂਕਿ ਮੈਨੂੰ ਇਹਨਾਂ ਨੇ ਪੇਸ਼ ਕੀਤੀ, ਜਦੋਂ ਪੇਸ਼ ਕੀਤੀ ਉਦੋਂ ਵੀ ਡਿਸਕਸ ਹੋਈ, ਫਿਰ ਅਸੀਂ ਫਿਰ ਇਹਦਾ ਅੱਖਰ ਬਹਿ ਕੇ ਡਿਸਕਸ ਕੀਤਾ ਆਪਸ ਵਿੱਚ। ਉਹਦੇ 'ਚ ਕਿਤੇ ਵੀ ਇਹ ਲਫ਼ਜ਼ ਨਹੀਂ ਕਿ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਵੇ, ਕਿਤੇ ਵੀ ਇਹ ਲਫ਼ਜ਼ ਨਹੀਂ। ਆਪਣੇ ਵੱਲੋਂ ਕਿਤੇ ਕੋਈ ਕਹੀ ਜਾਵੇ ਜ਼ਬਾਨੀ ਕੋਈ ਕਹੀ ਜਾਵੇ, ਇਸੇ ਕਰਕੇ ਮੈਂ ਥੋੜਾ ਤਾਂ ਰੱਖਿਆ ਇਹ ਗੈਰ ਫੀਲਡ 'ਚ ਵੀ ਇਹਨਾਂ ਦੀ ਗੱਲ ਹੈ ਜਿਹੜੀ ਜ਼ਿਆਦਾ ਅਥੈਂਟਿਕ ਹੈ ਤੇ ਇਹਨਾਂ ਨੇ ਤੁਹਾਨੂੰ ਆਪਣੀ ਜ਼ਬਾਨ ਨਾਲ ਸਾਰਾ ਦੱਸਤਾ ਹੈ। ਬਾਕੀਆਂ ਅਸੀਂ ਜਿਹੜੇ ਬੈਠੇ ਹਾਂ ਇਕੱਠੇ, ਇਹਦਾ ਮਤਲਬ ਕੀ ਹੈ? ਬੋਲ ਤਾਂ ਸਾਰੇ ਇਹਦਾ ਮਤਲਬ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਜ਼ਬਾਨੀ ਨਹੀਂ ਕਹਿੰਦੇ, ਅਸੀਂ ਦਿਲੋਂ ਇੱਕ ਜਿੰਦ ਜਾਨ ਆ। स्वयं खबर तुहाडे तक पहुंचा रहे। एक बार फिर तो तुसीं सुनिया बलविंदर सिंह भुंदड़ नूं कहंदे होए नजर आ रहे सन, इस ते बोलदे होए नजर आ रहे सन कमेटी दे सिफारिशां लागू करन लई कोर कमेटी ने अख्तियार पार्टी प्रधान नूं सौंप दिते ने। बलविंदर सिंह भुंदड़ ने कहा कोर कमेटी दे विच होर चर्चा तो बाद जल्द ही जनतक सारी दी सारी चुंदा रिपोर्ट कीती जावेगी, ये आख्या गया बलविंदर सिंह भुंदड़ दे वल्लों। वेला हो चलिया ते एक ब्रेक दा, जल्द हाजिर होने। आज इस